जस जय हैं तस लेहो संभारे। वाहिगुरु जी का खालसा वाहिगुरु जी की फतेह। ਸਾਹਿਬ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਜੁੜ ਮਿਲ ਕਰਕੇ ਬੈਠੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ, ਆਪ ਸੰਗਤਾਂ ਨੇ ਇਲਾਹੀ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ। ਸਤਿਗੁਰੂ ਸਾਹਿਬ ਜੀ ਪਟਨਾ ਸਾਹਿਬ ਦੀ ਧਰਤੀ ਤੇ ਬਿਰਾਜੇ ਨੇ। ਸੰਗਤਾਂ ਸਿੱਖਾਂ ਨੂੰ ਇਸ ਧਰਤੀ ਦਾ ਇਤਿਹਾਸ ਸਰਵਣ ਕਰਵਾਇਆ ਜਾ ਰਿਹਾ ਹੈ। ਇਹ ਸ਼ਹਿਰ ਕਿਵੇਂ ਬਣਿਆ ਹੈ, ਇੱਥੇ ਕਿਹੜੇ ਕਿਹੜੇ ਕੌਤਕ ਮਹਾਰਾਜ ਸਾਹਿਬ ਜੀਆਂ ਨੇ ਕੀਤੇ, ਉਹ ਪ੍ਰਸੰਗ ਆਪਾਂ ਸਰਵਣ ਕਰ ਰਹੇ ਹਾਂ। ਬਿਰਹਿ ਦਰਥ ਨਾਮ ਦਾ ਇੱਕ ਰਾਜਾ ਹੋਇਆ। ਉਹਦੇ ਘਰ ਦੇ ਵਿੱਚ ਇੱਕ ਪੁੱਤਰ ਪੈਦਾ ਹੋਇਆ, ਨਾਮ ਰੱਖਿਆ ਜਰਾਸੰਧ। ਜਰਾ ਨਾਮ ਦੀ ਰਾਖਸ਼ਣੀ ਸੀ, ਜਿਸ ਨੇ ਦੋ ਟੁਕੜਿਆਂ ਦੇ ਦੋ ਹਿੱਸਿਆਂ ਦੇ ਸਰੀਰ ਨੂੰ ਜੋੜ ਕੇ ਇੱਕ ਬਣਾਇਆ। ਇਹ ਜਰਾਸੰਧ ਰਾਜਾ ਇੰਨੇ ਬਲ ਵਾਲਾ ਕਿਸੇ ਰਾਜੇ ਕੋਲੋਂ ਹਾਰਿਆ ਨਹੀਂ। ਲੰਮਾ ਪ੍ਰਸੰਗ ਹੈ, ਆਪਾਂ ਕੱਲ੍ਹ ਵੀ ਕੁਝ ਬਚਨ ਇਤਿਹਾਸ ਦੇ ਸਰਵਣ ਕੀਤੇ ਸਨ। ਸਮਾਂ ਲੰਘਦਾ ਗਿਆ। ਇੱਕ ਵੇਲੇ ਪਾਂਡਵਾਂ ਨੇ ਆਖਿਆ ਸਾਨੂੰ ਅਸਮੇਧ ਜੱਗ ਕਰਨਾ ਚਾਹੀਦਾ, ਪਰ ਅਸਮੇਧ ਜੱਗ ਕਰਨ ਵਾਸਤੇ ਪਹਿਲਾਂ ਧਰਤੀ ਦੇ ਸਾਰੇ ਰਾਜੇ ਜਿੱਤਣੇ ਪੈਣਗੇ। ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ, ਜੇ ਧਰਤੀ ਦੇ ਰਾਜੇ ਜਿੱਤਣ ਲੱਗਾਂਗੇ ਤੇ ਜਰਾਸੰਧ ਨਹੀਂ ਆਪਣੇ ਕੋਲੋਂ ਜਿੱਤਿਆ ਜਾਣਾ, ਉਹ ਬੜੇ ਬਲ ਵਾਲਾ ਹੈ। ਇਸ ਵਾਸਤੇ ਫੌਜ ਦੇ ਨਾਲ ਨਹੀਂ, ਆਪਾਂ ਕੋਈ ਨਵੀਂ ਨੀਤੀ ਬਣਾਈਏ ਜਿਹਦੇ ਨਾਲ ਉਸ ਨੂੰ ਹਰਾਇਆ ਜਾ ਸਕੇ। ਭਗਵਾਨ ਕ੍ਰਿਸ਼ਨ ਜੀ ਜੋ ਪਾਂਡਵਾਂ ਦੇ ਸਾਰਿਆਂ ਤੋਂ ਵੱਡੇ ਭਰਾ ਨੇ, ਉਹਨਾਂ ਦਾ ਨਾਮ ਹੈ ਯੁਧਿਸ਼ਟਰ। ਯੁਧਿਸ਼ਟਰ ਨੂੰ ਆਖਿਆ ਮੈਨੂੰ ਦੋ ਆਪਣੇ ਭਰਾ ਦੇ, ਇੱਕ ਅਰਜਨ ਤੇ ਇੱਕ ਭੀਮਸੈਨ। ਮੈਂ ਜਿਉਂਦੇ ਜਾਗਦੇ ਤੇਰੇ ਕੋਲੋਂ ਲੈ ਕੇ ਜਾਵਾਂਗਾ ਔਰ ਜਿਉਂਦੇ ਜਾਗਦੇ ਤੈਨੂੰ ਵਾਪਸ ਕਰਾਂਗਾ। ਇਤਿਹਾਸ ਆਪਾਂ ਪਿੱਛੇ ਸਰਵਣ ਕਰ ਆਏ ਹਾਂ। ਇੱਥੋਂ ਅੱਗੇ ਪ੍ਰਸੰਗ ਪ੍ਰਾਰੰਭ ਹੋ ਰਿਹਾ। ਆਓ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। देहो सुबट द्वै संग हमारे। ਉਸ ਵੇਲੇ ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਯੁਧਿਸ਼ਟਰ ਨੂੰ ਵੀ ਦੋ ਸੂਰਮੇ ਮੈਨੂੰ ਆਪਣੇ ਨਾਲੋਂ ਆਪਣੇ ਕੋਲੋਂ ਦੇਣਾ ਕਰ। जस जय हैं तस लेहो संभारे। ਮੈਂ ਜਿਵੇਂ ਲੈ ਕੇ ਜਾਵਾਂਗਾ ਤੇਰੇ ਦੋ ਸੂਰਮੇ, ਐ ਰਾਜਨ ਐ ਯੁਧਿਸ਼ਟਰ, ਮੈਂ ਤੇਰੇ ਦੋ ਸੂਰਮੇ ਜਿਵੇਂ ਲੈ ਕੇ ਜਾਵਾਂਗਾ ਉਸੇ ਤਰ੍ਹਾਂ ਤੈਨੂੰ ਵਾਪਸ ਲਿਆ ਕੇ ਮੈਂ ਸੌਂਪ ਦੇਵਾਂਗਾ। कही युधिष्ठिर पांडव राज। ਉਸ ਵੇਲੇ ਯੁਧਿਸ਼ਟਰ ਨੇ ਸੁਣ ਕੇ ਨਾ ਗੱਲ ਤੇ ਕਹਿਣ ਲੱਗਾ, ਜਿਹੜਾ ਪਾਂਡਵਾਂ ਦਾ ਰਾਜਾ ਹੈ आप सिद्धार्थ हमरे काज। ਕਹਿਣ ਲੱਗਾ ਰਾਜਾ, ਕਹਿਣ ਲੱਗਾ ਭਗਵਾਨ ਜੀ ਤੁਸੀਂ ਆਪ ਹੀ ਸਾਰੇ ਕੰਮਾਂ ਨੂੰ ਕਰਨ ਵਾਲੇ ਹੋ, ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਸੇ ਤਰ੍ਹਾਂ ਕਰਨਾ ਹੈ। जिस प्रकार नीकी मन तुमरे। ਪਰ ਗੱਲ ਇਹ ਹੈ ਭਗਵਾਨ ਜੀ ਜਿਵੇਂ ਮਰਜ਼ੀ ਕਰੋ, ਪਰ ਕਰੋ ਉਸ ਤਰ੍ਹਾਂ ਜਿਵੇਂ ਤੁਹਾਨੂੰ ਚੰਗੀ ਲੱਗਦੀ ਹੈ। ਤੁਸੀਂ ਉਹ ਇਸ ਵੇਲੇ ਸਾਰਿਆਂ ਤੋਂ ਸ੍ਰੇਸ਼ਟ ਔਰ ਪੂਜਨੀਕ ਪਾਂਡਵਾਂ ਦਾ ਵੱਡਾ ਭਰਾ ਯੁਧਿਸ਼ਟਰ ਹੈ। ਭਗਵਾਨ ਕ੍ਰਿਸ਼ਨ ਨੂੰ ਕਹਿ ਰਿਹਾ, ਕਹਿੰਦਾ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਸੇ ਤਰ੍ਹਾਂ ਕਰੋ। तिम ही शुभ होए कारज हमरे। ਸਾਡੇ ਵਾਸਤੇ ਉਹੀ ਚੰਗਾ ਜੋ ਤੁਸੀਂ ਕਰੋਗੇ। ਅਸੀਂ ਤੁਹਾਡੇ ਉੱਪਰ ਪੂਰਾ ਵਿਸ਼ਵਾਸ ਕਰਦੇ ਹਾਂ। सुन तीनों कर दिज को बेस। ਕਹਿਣ ਲੱਗੇ ਸੁਣ ਕੇ ਨਾ ਬਚਨ, ਤੇ ਭਗਵਾਨ ਕ੍ਰਿਸ਼ਨ ਨੇ ਵੀ ਰਾਜਿਆਂ ਵਾਲਾ ਲਿਬਾਸ ਲਾ ਕੇ ਉਤਾਰ ਕੇ ਤੇ ਬ੍ਰਾਹਮਣ ਦਾ ਲਿਬਾਸ ਬਣਾ ਲਿਆ। ਨਾਲ ਲੈ ਲਿਆ ਭੀਮਸੈਨ ਨੂੰ, ਉਹਨੂੰ ਵੀ ਬ੍ਰਾਹਮਣਾਂ ਵਾਲੇ ਕੱਪੜੇ ਪਵਾ ਦਿੱਤੇ। ਨਾਲ ਲੈ ਲਿਆ ਅਰਜਨ ਨੂੰ, ਉਹਨੂੰ ਵੀ ਬ੍ਰਾਹਮਣਾਂ ਵਾਲੇ ਬਸਤਰ ਪਵਾ ਕੇ ਤਿੰਨੇ ਜਾਣੇ ਬ੍ਰਾਹਮਣ ਬਣ ਕੇ ਚੱਲੇ ਹਨ। इसी देश को आए विशेष। ਤੇ ਉਸ ਦੇਸ਼ ਨੂੰ ਚੱਲੇ ਜਿਹੜਾ ਦੇਸ਼ ਜਰਾਸੰਧ ਰਾਜੇ ਦਾ ਹੈ, ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਪਹੁੰਚੇ ਨਾ ਪਟਨਾ ਸਾਹਿਬ ਦੀ ਧਰਤੀ ਤੇ। ਕਹਿਣ ਲੱਗੇ ਉਸ ਦੇਸ਼ ਨੂੰ ਚੱਲੇ ਹਨ। मग सूदे को तजबो कीन। ਕਹਿਣ ਲੱਗੇ ਵੀ ਸਿੱਧੇ ਰਸਤੇ ਨਹੀਂ ਆਏ। ਇਹਨਾਂ ਨੂੰ ਪਤਾ ਸੀ ਵੀ ਜੇ ਸਿੱਧੇ ਰਸਤੇ ਜਾਵਾਂਗੇ ਸਾਡੀ CID ਹੋ ਸਕਦੀ ਹੈ, ਸਾਡਾ ਭੇਦ ਖੁੱਲ੍ਹ ਸਕਦਾ।
ਜਿਹੜਾ ਸਿੱਧਾ ਰਸਤਾ ਜਾਂਦਾ ਸੀ ਉਸ ਨੂੰ ਛੱਡ ਕੇ ਅਪਰਦੇਸ਼ ਕੋ ਗਏ ਪ੍ਰਵੀਨ। ਇਹ ਹੋਰ ਕਿਸੇ ਦੇਸ਼ ਨੂੰ ਚਲੇ ਗਏ, ਸਿੱਧਾ ਨਹੀਂ, ਉਹ ਉਸ ਦੇਸ਼ ਵਿੱਚ ਸਿੱਧੇ ਨਹੀਂ ਗਏ। ਜਿਹੜਾ ਜਰਾਸੰਧ ਦਾ ਦੇਸ਼ ਹੈ ਨਾ, ਸਿੱਧੇ ਨਹੀਂ ਗਏ, ਉਹਨੂੰ ਛੱਡ ਕੇ ਦੂਜੇ ਦੇਸ਼ ਚਲੇ ਗਏ ਹਨ। ਮਤ ਹਮਰੋ ਆਗਮ ਸੁਨ ਪਾਵੇ। ਮਨ ਵਿੱਚ ਇਹ ਗੱਲ ਸੀ ਵੀ ਕਿਤੇ ਇਹਨੂੰ ਪਹਿਲਾਂ ਪਤਾ ਹੀ ਨਾ ਲੱਗ ਜਾਵੇ ਵੀ ਅਸੀਂ ਆਉਂਦੇ ਪਏ। ਜਿਹੜਾ ਐਡਾ ਵੱਡਾ ਰਾਜਾ ਹੈ, ਉਹਦੀ ਖੁਫੀਆ ਜਾਣਕਾਰੀ ਦੀ ਤੇ ਬੜੀ ਹੋਵੇਗੀ ਨਾ, ਕੜਕਈ ਉਹਦੇ ਗੁਪਤਚਰ ਹੋਣਗੇ ਜਿਹੜੇ ਦੱਸਦੇ ਹੋਣਗੇ ਪਲ ਪਲ ਦੀ ਖਬਰ ਵੀ ਕੌਣ ਕੀ ਕਰਦਾ ਪਿਆ। ਭਗਵਾਨ ਕ੍ਰਿਸ਼ਨ ਜੀ ਜਾਣਦੇ ਸਨ ਵੀ ਸਾਡਾ ਭੇਦ ਕਿਤੇ ਪਤਾ ਨਾ ਲੱਗ ਜਾਵੇ। ਅਤਨੋ ਪੁਨਹ ਕਠਨ ਹੋ ਜਾਵੇ। ਜੇ ਉਹਨੂੰ ਪਤਾ ਲੱਗ ਗਿਆ ਵੀ ਮੈਂ ਕ੍ਰਿਸ਼ਨ ਹਾਂ, ਇਹ ਅਰਜਨ ਹੈ, ਇਹ ਭੀਮ ਸੈਨ ਹੈ, ਫਿਰ ਸਾਡੇ ਕੋਲੋਂ ਉਹਨੇ ਮਰਨਾ ਨਹੀਂ, ਫਿਰ ਅਸੀਂ ਉਹਨੂੰ ਮਾਰ ਨਹੀਂ ਸਕਦੇ ਕਿਉਂਕਿ ਉਹ ਬਹੁਤ ਬਲਸ਼ਾਲੀ ਹੈ। ਉਤਰਤ ਭੈ ਸੁਰਸਰੀ ਪਾਰ। ਚਲਦਿਆਂ ਚਲਦਿਆਂ ਕਹਿਣ ਲੱਗੇ ਇਹਨਾਂ ਨੇ ਨਦੀ ਨੂੰ ਪਾਰ ਕੀਤਾ ਹੈ। ਨਦੀ ਗੰਡਕਾ ਤਰ ਕੈ ਬਾਰ। ਇਹ ਨਦੀ ਦਾ ਨਾਮ ਹੈ, ਗੰਡਕਾ ਨਾਮ ਦੀ ਨਦੀ ਹੈ। ਕਹਿਣ ਲੱਗੇ ਵੀ ਇਹਦੇ ਪਾਣੀ ਨੂੰ ਤਰ ਕੇ ਉਸ ਨਦੀ ਤੋਂ ਪਾਰ ਹੋਏ ਹਨ। ਸ਼੍ਰੋਣਾ ਸਲਿਤਾ ਕੋ ਤਜ ਗਏ। ਕਹਿਣ ਲੱਗੇ ਵੀ ਇਸ ਤੋਂ ਅੱਗੇ ਜਿਹੜੀ ਹੈ ਨਾ ਸ਼੍ਰੋਣ ਭਰਦਾ ਨਾਮ ਦੀ ਇੱਕ ਨਦੀ ਹੈ। ਪਹਿਲਾਂ ਗੰਡਕਾ ਨਦੀ ਪਾਰ ਕੀਤੀ ਹੈ, ਫਿਰ ਜਿਸ ਨੂੰ ਸ਼੍ਰੋਣ ਭਰਦਾ ਕਿਹਾ ਜਾਂਦਾ ਉਸ ਨਦੀ ਨੂੰ ਪਾਰ ਕੀਤਾ ਹੈ। ਮਗਧ ਵਿਖੇ ਆਵਤੇ ਭੈ। ਇਸ ਤਰ੍ਹਾਂ ਉਹ ਜਿਹੜਾ ਮਗਧ ਦੇਸ਼ ਹੈ ਨਾ, ਉਸ ਦੇਸ਼ ਵਿੱਚ ਚੱਲ ਕੇ ਪਹੁੰਚੇ ਹਨ। ਜਰਾਸੰਧ ਜੋਧਾ ਜਹ ਰਾਜਾ। ਮਗਧ ਦੇਸ਼ ਉਹ ਹੈ ਜਿਸ ਦੇਸ਼ ਦਾ ਰਾਜ ਜਰਾਸੰਧ ਕਰਦਾ ਹੈ। ਇੱਥੋਂ ਦਾ ਰਾਜਾ ਜਰਾਸੰਧ ਆਪਣੇ ਰਾਜ ਭਾਗ ਠਾਠ ਨੂੰ ਸਾਂਭਦਾ ਹੈ। ਨਿਕਟ ਬਹਾਨੀ ਅਦਕ ਸਮਾਜਾ। ਇਹਦੇ ਕੋਲ ਬਹੁਤ ਵੱਡੀ ਫੌਜ ਹੈ, ਚਤੁਰੰਗੀ ਫੌਜ ਆਪਣੇ ਕੋਲ ਰੱਖਦਾ, ਘੋੜਿਆਂ ਵਾਲੀ, ਹਾਥੀਆਂ ਵਾਲੀ, ਰਥਾਂ ਵਾਲੀ ਤੇ ਪੈਦਲ ਚੱਲਣ ਵਾਲੀ। ਇਸ ਤਰ੍ਹਾਂ ਦੀ ਵੱਡੀ ਫੌਜ ਦਾ ਇਹ ਮਾਲਕ ਹੈ। ਬਸੈ ਦੇਸ਼ ਮੈਂ ਸੁਖ ਸੋ ਲੋਕ। ਇਸ ਤਰ੍ਹਾਂ ਇਹਦੇ ਦੇਸ਼ ਦੇ ਵਿੱਚ ਜਿਹੜੇ ਲੋਕ ਨੇ ਨਾ, ਇਹਦੀ ਪ੍ਰਜਾ ਬੜੀ ਸੁਖਾਂ ਦੇ ਨਾਲ ਵਸਦੀ ਹੈ। ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ, ਕੋਈ ਡਰ, ਕੋਈ ਸੰਕਟ ਨਹੀਂ ਹੈ। ਨਹਿ ਪਾਵਤ ਕਬਹੂ ਮਨ ਸ਼ੋਕ। ਤੇ ਨਾ ਹੀ ਇਹਦੇ ਰਾਜ ਦੇ ਵਿੱਚ ਕੋਈ ਪ੍ਰਜਾ ਦਾ ਕੋਈ ਵਿਅਕਤੀ ਦੁਖੀ ਹੈ, ਕਿਸੇ ਨੂੰ ਕੋਈ ਮੁਸੀਬਤ ਜਾਂ ਸੰਕਟ ਨਹੀਂ ਹੈ। ਵੱਡੋ ਨਗਰ ਜਹ ਦੁਰਗ ਚੁਗਰਦੇ। ਕਹਿਣ ਲੱਗੇ ਵੀ ਪਿੰਡ ਬੜਾ, ਨਗਰ ਸ਼ਹਿਰ ਬੜਾ ਵੱਡਾ ਹੈ ਤੇ ਚਾਰ ਚਫੇਰੇ ਉੱਚੀਆਂ ਉੱਚੀਆਂ ਕੰਧਾਂ ਨੇ। ਜਿੰਨੇ ਪੁਰਾਣੇ ਸ਼ਹਿਰ ਨੇ ਨਾ, ਜਿਹੜੇ ਸ਼ਹਿਰ ਰਾਜਿਆਂ ਦੀ ਰਾਜਧਾਨੀ ਹੋਇਆ ਕਰਦੇ ਸਨ, ਉਹਨਾਂ ਦੇ ਚਾਰ ਚਫੇਰੇ ਉੱਚੀਆਂ ਕੰਧਾਂ ਕਰਕੇ ਤੇ ਦਰਵਾਜ਼ੇ ਰੱਖੇ ਜਾਂਦੇ। ਅੱਜ ਤੁਸੀਂ ਲਾਹੌਰ ਸ਼ਹਿਰ ਨੂੰ ਵੇਖੋ ਤੇ ਉੱਥੇ ਕਈ ਦਰਵਾਜ਼ੇ ਨੇ। ਆ ਦਿੱਲੀ ਗੇਟ ਹੈ, ਆ ਮੁਲਤਾਨੀ ਗੇਟ ਹੈ, ਉਹ ਗੇਟ ਰੱਖੇ ਜਾਂਦੇ ਸਨ। ਜਿਹੜਾ ਰਸਤਾ ਆਉਂਦਾ ਤੇ ਰਾਤ ਨੂੰ ਗੇਟ ਬੰਦ ਹੁੰਦੇ। ਅੰਮ੍ਰਿਤਸਰ ਸ਼ਹਿਰ ਦੇ ਵੀ ਕਈ ਦਰਵਾਜ਼ੇ ਨੇ, ਉਹਨਾਂ ਦਰਵਾਜ਼ਿਆਂ ਦੇ ਵੱਖੋ ਵੱਖਰੇ ਨਾਮ ਨੇ। ਇਸੇ ਤਰ੍ਹਾਂ ਹੋਰ ਵੀ ਜਿਹੜੇ ਪੁਰਾਣੇ ਸ਼ਹਿਰ ਨੇ, ਉਹਨਾਂ ਨੂੰ ਇਸ ਤਰ੍ਹਾਂ ਰਾਜਿਆਂ ਨੇ ਚਾਰ ਚਫੇਰੇ ਕੰਧ ਕਰਕੇ ਤੇ ਵਿੱਚ ਆਪਣੀ ਪ੍ਰਜਾ ਦੇ ਸਮੇਤ ਬੜੀ ਹਿਫਾਜ਼ਤ ਨਾਲ ਰਹਿੰਦੇ ਸਨ। ਤੇ ਉਹ ਉੱਚੀਆਂ ਉੱਚੀਆਂ ਕੰਧਾਂ ਸ਼ਹਿਰ ਨੂੰ ਦੁਸ਼ਮਣ ਤੋਂ ਬਚਾਉਂਦੀਆਂ ਸਨ। ਰਾਤ ਨੂੰ ਦਰਵਾਜ਼ੇ ਬੰਦ ਹੋ ਜਾਂਦੇ। ਕਹਿਣ ਲੱਗੇ ਜਿਸ ਦੇਸ਼ ਦਾ ਰਾਜਾ ਜਰਾਸੰਧ ਹੈ, ਆਪਣੇ ਸ਼ਹਿਰ ਦੇ ਵਿੱਚ ਉੱਚੀਆਂ ਕੰਧਾਂ ਬੜੀਆਂ ਸੋਹਣੀਆਂ ਬਣੀਆਂ ਹਨ। ਕੋਈ ਨਾ ਮਰਦ ਜਾਹੇ ਕੋ ਮਰਦੇ। ਕਹਿਣ ਲੱਗੇ ਵੀ ਕੋਈ ਵੀ ਵਿਅਕਤੀ ਜਿਹੜਾ ਹੈ ਨਾ, ਇੰਨਾ ਬਲੀ ਨਹੀਂ ਹੈ ਵੀ ਜਿਹੜਾ ਜਰਾਸੰਧ ਨੂੰ ਮਾਰੇ। ਇੰਨੀ ਤਾਕਤ ਉਸ ਵੇਲੇ ਕਿਸੇ ਦੇ ਵਿੱਚ ਨਹੀਂ ਵੀ ਜਿਹੜਾ ਜਰਾਸੰਧ ਨਾਲ ਜੰਗ ਕਰੇ। ਵੱਡ ਜੋਧੇ ਚੌਂਦੇ ਸੁਰਖਵਾਰੇ। ਇਹਦੇ ਬੜੇ ਬੜੇ ਸੂਰਮੇ, ਪਹਿਲਵਾਨ, ਸ਼ਕਤੀਸ਼ਾਲੀ, ਬੜੇ ਬੜੇ ਹਥਿਆਰਬੰਦ ਫੌਜਾਂ ਦੇ ਜਰਨੈਲ ਇਹਦੇ ਨਾਲ ਹਰ ਵੇਲੇ ਰਹਿੰਦੇ, ਇਹਦੀ ਰਾਖੀ ਕਰਦੇ ਹਨ। ਸ਼ਸਤਰ ਅਸਤਰ ਕੋ ਧਾਰਨ ਹਾਰੇ। ਇਹਦੇ ਜਿਹੜੇ ਸੂਰਮੇ ਸਨ, ਸ਼ਸਤਰ ਤੇ ਅਸਤਰ ਧਾਰਨ ਕਰਨ ਵਾਲੇ ਸਨ। ਸ਼ਸਤਰ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਗਲ ਵਿੱਚ ਪਾਇਆ ਹੋਇਆ ਹਥਿਆਰ ਪਰ ਹੱਥ ਨਾਲ ਚਲਾਇਆ ਜਾਂਦਾ। ਜਿਵੇਂ ਆਪਾਂ ਤਲਵਾਰ ਚਲਾਉਂਦੇ, ਹੱਥ ਨਾਲ ਫੜ ਕੇ ਵਾਰ ਕੀਤਾ। ਗੰਡਾਸੇ ਦੇ ਨਾਲ, ਗੰਡਾਸੀ ਦੇ ਨਾਲ, ਟਕੂਏ ਦੇ ਨਾਲ ਚਲਾਇਆ ਗਿਆ ਸ਼ਸਤਰ, ਉਸ ਨੂੰ ਸ਼ਸਤਰ ਆਖਿਆ ਜਾਂਦਾ ਹੈ। ਅਸਤਰ ਉਹਨੂੰ ਕਿਹਾ ਜਾਂਦਾ ਜਿਹੜਾ ਹੱਥੋਂ ਛੱਡ ਕੇ ਚਲਾਇਆ ਜਾਵੇ। ਜਿਵੇਂ ਤੀਰ ਹੱਥੋਂ ਛੁੱਟ ਕੇ ਜਾ ਕੇ ਵੱਜਦਾ, ਬੰਦੂਕ ਦੀ ਗੋਲੀ ਜਾ ਕੇ ਵੱਜਦੀ ਹੈ, ਜਾਂ ਚੱਕਰ ਨੂੰ ਘੁਮਾ ਕੇ ਮਾਰਿਆ ਜਾਂਦਾ ਹੈ, ਉਸ ਨੂੰ ਅਸਤਰ ਆਖਿਆ ਜਾਂਦਾ। ਇਸ ਤਰ੍ਹਾਂ ਦੇ ਸ਼ਸਤਰ ਤੇ ਅਸਤਰ ਜਿਹੜੇ ਨੇ, ਇਹਦੇ ਸੂਰਮਿਆਂ ਨੇ ਧਾਰਨ ਕੀਤੇ ਹੋਏ ਹਨ। ਘੰਟ ਮਾਲਿਕ ਮਗ ਮੈਂ ਹੈ। ਕਹਿਣ ਲੱਗੇ ਵੀ ਘੰਟਿਆਂ ਦੀ ਮਾਲਾ ਇੱਕ ਰਸਤੇ ਦੇ ਵਿੱਚ ਹੈ। ਇੱਕ ਥਾਂ ਤੇ ਬੜਾ ਵੱਡਾ ਘੰਟਾ ਕਹੀਏ ਘੜਿਆਲ ਹੈ ਤੇ ਉਹ ਹਰ ਸਮੇਂ ਖੜਕਦਾ ਰਹਿੰਦਾ ਹੈ। ਸ਼ਤਰਜਾਨ ਬਾਜੈ ਸੁਧ ਕਹੇ। ਕਹਿਣ ਲੱਗੇ ਵੀ ਸ਼ਤਰੂ ਨੂੰ ਪਛਾਣ ਕੇ ਉਹ ਵੱਜਦੀ ਹੈ, ਰਾਜੇ ਨੂੰ ਖਬਰ ਦਿੰਦੀ ਰਹਿੰਦੀ ਹੈ। ਜਿਹੜੇ ਪਹਿਰੇਦਾਰ ਸਨ ਉਹ ਬਾਹਰ ਉਹਨੂੰ ਖੜਕਾ ਛੱਡਦੇ, ਉਸ ਘੰਟੀ ਨੂੰ ਵੀ ਪਤਾ ਲੱਗੇ ਵੀ ਅਸੀਂ ਪੂਰੇ ਸਾਵਧਾਨ ਆ, ਸੁੱਤੇ ਨਹੀਂ ਆ। ਰਾਜੇ ਨੇ ਇੱਕ ਬੜਾ ਵੱਡਾ
ਜਿਹੜਾ ਨਾ ਘੰਟਾ ਘੰਟੀ ਆਪਾਂ ਕਹਿ ਸਕਦੇ, ਟੱਲ ਕਹਿ ਸਕਦੇ ਹਾਂ, ਉਹ ਇਸ ਵਾਸਤੇ ਲਾਇਆ ਸੀ ਵੀ ਉਹ ਖੜਕਾਉਂਦੇ ਰਹਿਣ ਮੇਰੇ ਸਿਪਾਹੀ, ਤਾਂ ਕਿ ਮੈਨੂੰ ਪਤਾ ਲੱਗੇ ਵੀ ਇਹ ਜਾਗਦੇ ਪੈ ਸੁੱਤੇ ਨਹੀਂ। ਇਸ ਨਿਸ਼ਾਨੀ ਵਾਸਤੇ ਟੰਗਿਆ ਹੋਇਆ ਹੈ। ਸ਼ਬਦ ਘੰਟ ਰਾਜਾ ਸੁਣ ਪਾਵੇ। ਤੇ ਜਦੋਂ ਉਸ ਘੜਿਆਲ ਨੂੰ, ਉਸ ਟੱਲ ਨੂੰ ਵਜਾਇਆ ਜਾਂਦਾ ਤੇ ਉਹਦਾ ਆਵਾਜ਼ ਰਾਜੇ ਦੇ ਮਹਿਲਾਂ ਵਿੱਚ ਜਾ ਕੇ ਸੁਣਾਈ ਦਿੰਦਾ ਹੈ। ਹੋਏ ਸੁਚੇਤੋ ਬੜ ਸੈਨ ਪਠਾਵੇ। ਤੇ ਜਦੋਂ ਕੋਈ ਮੁਸੀਬਤ ਪੈਂਦੀ ਹੈ ਨਾ ਤੇ ਬਸ ਉਦੋਂ ਸਿਣਿਆ ਨਹੀਂ ਦੇਣਾ ਪੈਂਦਾ, ਜਾਂ ਅੱਜ ਵਾਂਗੂ ਉਸ ਵੇਲੇ ਸਾਧਨ ਨਹੀਂ ਸਨ ਵੀ ਭੱਜ ਕੇ ਜਾ ਕੇ ਦੱਸਣਾ ਪੈਂਦਾ ਸੀ। ਇਸ ਕਰਕੇ ਉਸਨੇ ਉਹ ਜਿਹੜਾ ਘੜਿਆਲ ਲਾਇਆ ਹੋਇਆ ਨਾ ਉਹਨੂੰ ਖੜਕਾ ਦਿੰਦੇ ਸਨ, ਤੇ ਜਦੋਂ ਆਵਾਜ਼ ਵੱਜਦੀ ਸੀ ਘੜਿਆਲ ਵੱਜਾ ਤੇ ਫੌਜਾਂ ਮਿੰਟੋ ਮਿੰਟੀ ਤਿਆਰ ਹੋ ਜਾਂਦੀਆਂ ਹਨ। ਚੱਕਰ ਬਣਾਇਓ ਇੱਕ ਮੰਤਰਨ ਕਰ। ਤੇ ਇਸ ਰਾਜੇ ਨੇ ਆਪਣੀ ਹਿਫਾਜ਼ਤ ਵਾਸਤੇ ਇੱਕ ਮੰਤਰਾਂ ਦਾ ਚੱਕਰ ਬਣਾਇਆ ਹੋਇਆ। ਮੰਤਰ ਪੜ੍ਹ ਕੇ ਨਾ ਆਪਣੇ 4 ਚੁਫੇਰੇ ਚੱਕਰ, ਮੰਤਰਾਂ ਦੇ ਨਾਲ ਵੀ ਕੋਈ ਮੈਨੂੰ ਨੁਕਸਾਨ ਨਾ ਪਹੁੰਚਾਵੇ, ਇਸ ਤਰ੍ਹਾਂ ਮੰਤਰ ਪੜ੍ਹ ਕੇ ਵੀ ਰਾਖੀ ਹੁੰਦੀ ਹੈ। ਬੂਝਤ ਛਤਰ ਬੇਗ ਸਿਰ ਦੇ ਹਰ। ਤੇ ਕਹਿਣ ਲੱਗੇ ਵੀ ਜੇ ਕੋਈ ਦੁਸ਼ਮਣ ਇਸ ਛਤਰ ਨੂੰ ਸਮਝ ਕੇ ਤੇ ਛੇਤੀ ਸਿਰ ਨਾਸ ਕਰ ਦਿੰਦਾ, ਇਹੋ ਜਿਹੇ ਮੰਤਰ ਸਨ ਵੀ ਉਹਨੂੰ ਪਤਾ ਲੱਗ ਜਾਂਦਾ ਸੀ ਵੀ ਆਹ ਮੇਰਾ ਦੁਸ਼ਮਣ ਹੈ, ਮੇਰਾ ਨੁਕਸਾਨ ਕਰਨ ਆਇਆ। ਤੇ ਇਸ ਤੋਂ ਪਹਿਲਾਂ ਕਿ ਦੁਸ਼ਮਣ ਨੁਕਸਾਨ ਕਰੇ, ਜਰਾਸੰਧ ਪਹਿਲਾਂ ਆਪਣੇ ਦੁਸ਼ਮਣ ਨੂੰ ਮਾਰ ਦਿੰਦਾ ਹੈ। ਇਸ ਵਿਦ ਕੋ ਲਖ ਕੈ ਘਨਸ਼ਿਆਮ। ਭਗਵਾਨ ਕ੍ਰਿਸ਼ਨ ਜੀ ਜਾਣਦੇ ਸਨ ਵੀ ਜੇ ਇਹਨੂੰ ਪਤਾ ਲੱਗ ਗਿਆ ਵੀ ਅਸੀਂ ਆਏ ਆ, ਕਿਸੇ ਨੇ ਘੜਿਆਲ ਵਜਾ ਦਿੱਤਾ, ਟੱਲ ਵਜਾ ਦਿੱਤਾ ਤੇ ਫੌਜਾਂ ਚੜ੍ਹ ਕੇ ਆ ਜਾਣਗੀਆਂ, ਸਾਡੇ ਤੋਂ ਬੰਨਾ ਕੁਝ ਨਹੀਂ ਹੈ। ਜੇ ਅਸੀਂ ਇਹਦੇ ਨੇੜੇ ਗਏ ਤੇ ਮੰਤਰਾਂ ਪੜ੍ਹ ਕੇ ਇਸਨੇ ਆਪਣੇ ਦੁਆਲੇ ਚੱਕਰ ਬਣਾਇਆ ਹੋਇਆ, ਫਿਰ ਵੀ ਇਹਨੂੰ ਪਤਾ ਲੱਗ ਜਾਣਾ ਅਸੀਂ ਦੁਸ਼ਮਣ ਹਾਂ। ਇਹ ਸਾਰੀਆਂ ਗੱਲਾਂ ਜਾਣ ਕੇ ਭਗਵਾਨ ਕ੍ਰਿਸ਼ਨ ਜੀ ਤਜੋ ਪ੍ਰਵੇਸ਼ ਦਵਾਰ ਅਵਿਰਾਮ। ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਅਰਜਨ ਤੇ ਭੀਮ ਸੈਨ ਨੂੰ ਵੀ ਜਿਹੜਾ ਮੁੱਖ ਦਰਵਾਜ਼ਾ ਹੈ ਨਾ ਸ਼ਹਿਰ ਦਾ, ਆਪਾਂ ਉਸ ਪਾਸਿਓਂ ਨਹੀਂ ਜਾਣਾ ਹੈ। ਹੋਏ ਪਛਾਤ ਕੋਟ ਚੜ ਗਏ। ਇਹ ਪਿੱਛੋਂ ਦੀ ਗਏ, ਜਿਸ ਪਾਸੇ ਸ਼ਹਿਰ ਦਾ ਪਿਛਲਾ ਪਾਸਾ ਹੈ ਨਾ, ਕੰਧ, ਪਿਛਲੀ ਕੰਧ ਜਿਹੜੀ ਹੈ ਚੜ ਕੇ ਉਹਦੇ ਉੱਪਰ ਦੀ ਗਏ ਹਨ। ਅਰਜਨ ਭੀਮ ਸੰਗ ਦੇ ਲਏ। 2 ਨਾਲ ਨੇ ਭਗਵਾਨ ਕ੍ਰਿਸ਼ਨ ਜੀਆਂ ਦੇ, ਇੱਕ ਅਰਜਨ ਤੇ ਦੂਜਾ ਭੀਮ ਸੈਨ ਹੈ। ਊਦ ਤਹਾਂ ਤੇ ਅੰਤਰ ਬਰੇ। ਕੰਧ ਦੀ ਪਿਛਲੀ ਕੰਧ, ਕਿਲੇ ਦੀ ਪਿਛਲੀ ਕੰਧ ਚੜ ਕੇ ਤੇ ਉੱਥੋਂ ਛਾਲ ਮਾਰ ਕੇ ਸ਼ਹਿਰ ਦੇ ਅੰਦਰ ਗਏ ਹਨ। ਭੂਪਤ ਨਿਕਟ ਜਾਏ ਭੇਖਰੇ। ਤੇ ਜਿੱਥੇ ਰਾਜਾ ਸੌਂਦਾ ਸੀ ਨਾ ਆਪਣੇ ਮਹਿਲਾਂ ਦੇ ਵਿੱਚ, ਉਥੇ ਜਾ ਕੇ ਉਹਦੇ ਸਾਹਮਣੇ ਖੜ ਗਏ ਹਨ। ਤਿਸ ਦਿਨ ਜਰਾਸੰਧ ਮਹਿਪਾਲ। ਕਹਿਣ ਲੱਗੇ ਵੀ ਉਸ ਦਿਨ ਜਿਹੜਾ ਜਰਾਸੰਧ ਰਾਜਾ ਹੈ, ਦੇਖਤ ਭਾਪ ਸ਼ਗਨ ਵਿਸਾਲ। ਉਸਨੇ ਕੀ ਵੇਖਿਆ ਵੀ ਉਦੋਂ ਲੋਕ ਸ਼ਗਨ ਤੇ ਅਪਸ਼ਗਨ ਦੀ ਵਿਚਾਰ ਕਰਦੇ ਸਨ, ਅੱਜ ਵੀ ਕਰਦੇ ਨੇ। ਗੁਰਮਤ ਵਿੱਚ ਇਹ ਬਚਨ ਹੈ ਵੀ ਸ਼ਗਨ ਅਪਸ਼ਗਨ ਤਿਸ ਕੋ ਲੱਗੈ ਜਿਸ ਚੀਤ ਨਾ ਆਵੇ। ਜਿਹਨੂੰ ਰੱਬ ਦਾ ਨਾਮ ਚੇਤੇ ਨਹੀਂ, ਉਹ ਸ਼ਗਨ ਤੇ ਅਪਸ਼ਗਨ ਤੋਂ ਡਰਦਾ ਹੈ। ਤੇ ਉਹਨਾਂ ਸਮਿਆਂ ਵਿੱਚ ਬਹੁਤ ਜ਼ਿਆਦਾ ਇਸ ਚੀਜ਼ ਦਾ ਪ੍ਰਭਾਵ ਹੈ। ਕਹਿਣ ਲੱਗੇ ਵੀ ਰਾਜੇ ਜਰਾਸੰਧ ਨੇ ਵੇਖਿਆ ਵੀ ਅਪਸ਼ਗਨ ਹੋ ਰਹੇ ਨੇ, ਮਾੜੇ ਸ਼ਗਨ ਹੋ ਰਹੇ ਨੇ। ਇਸ ਗੱਲ ਨੂੰ ਵਿਚਾਰ ਕੇ ਬੈਠੇ ਦਾਨ ਕਰਤ ਧਨ ਭਾਰੇ। ਤੇ ਰਾਜਾ ਬੈਠਾ ਸੀ ਤੇ ਮਾਇਆ ਵੰਡਦਾ ਪਿਆ ਸੀ, ਧਨ ਵੰਡਦਾ ਪਿਆ ਸੀ ਵੀ ਕੋਈ ਅਪਸ਼ਗਨ ਹੋਇਆ ਤੇ ਮੈਨੂੰ ਕੋਈ ਦੁੱਖ ਨਾ ਆਵੇ, ਜਾਂ ਮੇਰੇ ਰਾਜ ਤੇ ਕੋਈ ਸੰਕਟ ਨਾ ਆਵੇ, ਮੈਂ ਗਰੀਬਾਂ ਦੀਆਂ ਸੀਸਾਂ ਲਵਾਂ। ਤੇ ਆਪਣੇ ਖਜ਼ਾਨੇ ਤੇ ਬੈਠਾ ਲੋਕਾਂ ਨੂੰ ਮਾਇਆ ਵੰਡਦਾ ਹੈ। ਜਾਚਕ ਖਰੇ ਸਮੀਪ ਨਿਹਾਰੇ। ਜਦੋਂ ਇਸ ਨੇ ਵੇਖਿਆ ਵੀ ਇਹ 3 ਬੰਦੇ ਮੰਗਣ ਵਾਲੇ ਮੰਗਤੇ ਬਣ ਕੇ ਮੇਰੇ ਸਾਹਮਣੇ ਖਲੋਤੇ ਹਨ। ਕ੍ਰਿਸ਼ਨ ਭੀਮ ਅਰਜਨ ਕੀ ਔਰ। ਕਹਿਣ ਲੱਗੇ ਵੀ ਉਸ ਵੇਲੇ ਰਾਜੇ ਨੇ ਜਦੋਂ ਉੱਪਰ ਨੂੰ ਆਪਣੀਆਂ ਅੱਖਾਂ ਚੁੱਕੀਆਂ ਨਾ, ਸਿਰ ਚੁੱਕਿਆ, ਤੇ ਸਾਹਮਣੇ ਕੀ ਵੇਖਦਾ ਵੀ ਭਗਵਾਨ ਕ੍ਰਿਸ਼ਨ ਜੀ ਔਰ ਭੀਮ ਸੈਨ ਤੇ ਇਸੇ ਤਰ੍ਹਾਂ ਅਰਜੁਨ 3 ਜਾਣੇ ਖਲੋਤੇ ਹਨ। ਮਹਿਪਾਲਕ ਅਵਲੋਕਿਓ ਘੋਰ। ਤੇ ਉਸ ਵੇਲੇ ਰਾਜੇ ਨੇ ਬੜੀ ਗੌਰ ਦੀ ਨਿਗਾਹ ਦੇ ਨਾਲ, ਬੜੇ ਧਿਆਨ ਦੇ ਨਾਲ ਇਹਨਾਂ ਨੂੰ ਉਸ ਵੇਲੇ ਵੇਖਿਆ ਹੈ। ਦਰਸ ਆਪੂਰਵ ਕਿਤ ਤੇ ਆਏ। ਕਿਉਂਕਿ ਉਹ ਜਾਣ ਗਿਆ ਵੀ ਇਹ ਬੰਦੇ ਪਹਿਲਾਂ ਮੈਂ ਨਹੀਂ ਵੇਖੇ। ਰਾਜੇ ਜਿਹੜੇ ਨੇ ਨਾ ਉਹ ਬੜੇ ਤੇਜ਼ ਤਰਾਰ ਹੁੰਦੇ ਨੇ, ਬੜੀ ਤੇਜ਼ ਬੁੱਧੀ ਹੁੰਦੀ ਹੈ, ਝੱਟ ਹੀ ਪੜ੍ਹ ਲੈਂਦੇ ਵੀ ਇਹ ਬੰਦਾ ਪਹਿਲਾਂ ਵੇਖਿਆ ਹੈ ਕਿ ਨਹੀਂ ਵੇਖਿਆ। ਕਹਿਣ ਲੱਗੇ ਵੀ ਜਰਾਸੰਧ ਨੇ ਜਦੋਂ ਵੇਖਿਆ ਨਾ 3 ਦੇ ਵੱਲ, ਤੇ ਉਹ ਸਮਝ ਗਿਆ ਵੀ ਇਹਨਾਂ 3 ਬੰਦਿਆਂ ਦੇ ਪਹਿਲਾਂ ਤੇ ਕਦੇ ਦਰਸ਼ਨ ਨਹੀਂ ਹੋਏ ਹਨ। ਇਹ ਛਤਰੀ ਦਿਜ ਬੇਖ ਬਣਾਏ। ਤੇ ਉਹਨੇ ਇਹ ਵੀ ਹਿਸਾਬ ਲਾ ਲਿਆ ਵੀ ਜਿਹੜੇ ਸਰੀਰ ਦੀ ਇਹਨਾਂ ਦੀ ਘਾੜਤ ਹੈ ਨਾ, ਇਹ ਬ੍ਰਾਹਮਣ ਨਹੀਂ, ਇਹ ਤੇ ਕੋਈ ਸੂਰਮੇ ਨੇ। ਕਿਉਂਕਿ ਸੂਰਮਿਆਂ ਦੇ ਡੌਲਿਆਂ ਨੂੰ ਵੇਖ ਕੇ, ਉਹਨਾਂ ਦੀਆਂ ਚੌੜੀਆਂ ਛਾਤੀਆਂ ਵੇਖ ਕੇ, ਉਹਨਾਂ ਦਾ ਖਲੋਣਾ ਬਹਿਣਾ ਵੇਖ ਕੇ ਹਿਸਾਬ ਲਾ ਗਿਆ ਵੀ ਇਹ ਬਣੇ ਨੇ ਬ੍ਰਾਹਮਣ, ਪਰ ਬ੍ਰਾਹਮਣ ਹੈ ਨਹੀਂ। ਹੁਣ ਜਿਹੜਾ ਬੰਦਾ ਜਿਹੜਾ ਕੰਮ ਕਰਦਾ ਨਾ, ਉਹਦੀ ਬਹਿਣੀ ਉੱਠਣੀ ਬੋਲਣੀ ਚੱਲਣੀ ਉਹੋ ਜਿਹਾ ਉਹਦਾ ਕੰਮ ਹੋ ਜਾਂਦਾ, ਉਹੋ ਜਿਹਾ ਉਹਦਾ ਤਰੀਕਾ ਹੋ ਜਾਂਦਾ, ਤੇ ਸਮਝਦਾਰ ਬੰਦਾ ਸਮਝ ਜਾਂਦਾ। ਹੁਣ ਜਰਾਸੰਧ ਸਮਝ ਗਿਆ ਵੀ ਜੇ ਬ੍ਰਾਹਮਣ ਹੁੰਦੇ
ਤੇ ਇਹਨਾਂ ਦਾ ਬਹਿਣਾ ਉੱਠਣਾ ਗੱਲਬਾਤ ਕੋਈ ਬ੍ਰਾਹਮਣਾਂ ਵਾਲਾ ਤਰੀਕਾ ਹੋਣਾ ਸੀ, ਪਰ ਜਿਵੇਂ ਇਹ ਖਲੋਤੇ ਨੇ, ਜਿਵੇਂ ਇਹਨਾਂ ਦੇ ਸਰੀਰ ਦੀ ਢੀ ਡੌਲ ਹੈ, ਇਹ ਬ੍ਰਾਹਮਣ ਨਹੀਂ, ਇਹ ਤੇ ਛਤਰੀ ਨੇ, ਜੰਗ ਕਰਨ ਵਾਲੇ ਨੇ, ਪਰ ਸਰੀਰ ਦਾ ਲਿਬਾਸ ਬਣਾ ਕੇ ਆਏ ਬ੍ਰਾਹਮਣਾਂ ਵਾਲਾ। ਇਸ ਗੱਲ ਨੂੰ ਰਾਜਾ ਸਮਝ ਗਿਆ ਹੈ। ਤਨੁਖ ਘਾਸ ਇਨ ਸਭ ਕੇ ਹੱਥ। ਉਸ ਵੇਲੇ ਉਸਨੇ ਜਾਣਿਆ ਵੀ ਇਹਨਾਂ ਦੇ ਹੱਥ ਜਿਹੜੇ ਨੇ ਨਾ ਘਸੇ ਪਏ, ਉਹਦੀ ਨਿਗਾਹ ਪੈ ਗਈ ਉਹਨਾਂ ਦੇ ਹੱਥਾਂ ਵੱਲ, ਤੇ ਕੀ ਵੇਖਦਾ ਵੀ ਹੱਥ ਘਸੇ ਹੋਏ ਨੇ, ਤੇ ਉਹ ਸਮਝ ਗਿਆ ਵੀ ਹੱਥਾਂ ਦੇ ਘਸਣ ਦਾ ਕਾਰਨ ਇਹ ਹੈ ਵੀ ਇਹਨਾਂ ਨੇ ਹੱਥ ਵਿੱਚ ਤੀਰ ਕਮਾਨ ਫੜ ਕੇ ਤੀਰ ਚਲਾਏ ਨੇ, ਤੇ ਜਦੋਂ ਧਨੁੱਖ ਨੂੰ ਖਿੱਚਦੇ ਨੇ ਤੇ ਹੱਥਾਂ ਦੇ ਵਿੱਚ ਬਟਨ ਪਏ ਹੋਏ ਸਨ, ਹੱਥਾਂ ਵਿੱਚ ਲਕੀਰਾਂ ਪਈਆਂ ਹੋਈਆਂ, ਹੱਥਾਂ ਦੇ ਉੱਪਰ ਚਮੜੀ ਜਿਹੜੀ ਹੈ ਘਸੀ ਹੋਈ। ਉਹ ਜਾਣ ਗਿਆ ਵੀ ਇਹ ਤੇ ਸੂਰਮੇ ਨੇ, ਜਿਨ੍ਹਾਂ ਨੇ ਹੱਥਾਂ ਵਿੱਚ ਫੜ ਕੇ ਤਲਵਾਰਾਂ ਚਲਾਈਆਂ ਨੇ, ਜਿਨ੍ਹਾਂ ਦੇ ਸਰੀਰਾਂ 'ਤੇ ਫੱਟਾਂ ਦੇ ਨਿਸ਼ਾਨ ਨੇ, ਉਂਗਲਾਂ ਦੇ ਵਿੱਚ ਜਿਨ੍ਹਾਂ ਦੇ ਤ੍ਰੇੜਾਂ ਪਈਆਂ ਹੋਈਆਂ ਨੇ। ਇੱਥੋਂ ਪਤਾ ਲੱਗਦਾ ਵੀ ਇਹ ਤੇ ਕੋਈ ਸੂਰਮੇ ਹਨ। ਕਿਆ ਇਹ ਕਰਹਿ ਕਪਟ ਕੇ ਸਾਥ। ਰਾਜਾ ਸੋਚਦਾ ਪਿਆ ਵੀ ਇਹ ਕਿਤੇ ਮੇਰੇ ਨਾਲ ਛਲ ਤੇ ਨਹੀਂ ਕਰਨ ਆਏ। ਲਿਬਾਸ ਬ੍ਰਾਹਮਣਾਂ ਵਾਲਾ ਹੈ, ਸਰੀਰ ਦੇ ਉੱਪਰ ਫੱਟ ਦੇ ਨਿਸ਼ਾਨ ਨੇ, ਹੱਥਾਂ ਦੇ ਉੱਪਰ ਕਈ ਤਰ੍ਹਾਂ ਦੇ ਕੱਟ ਵੱਢ ਦੇ ਨਿਸ਼ਾਨ ਲੱਗੇ ਹੋਏ ਨੇ। ਜਦੋਂ ਖਿੱਚ ਕੇ ਤੀਰ ਚਲਾਉਂਦੇ, ਤੰਦੀ ਖਿੱਚਦੇ ਨੇ, ਤੇ ਹੱਥਾਂ ਦੇ ਉੱਪਰ ਵੀ ਨਿਸ਼ਾਨ ਵੇਖ ਕੇ ਤੇ ਰਾਜਾ ਸਮਝ ਗਿਆ ਜਰਾਸੰਧ ਵੀ ਇਹ ਤੇ ਕੋਈ ਮੇਰੇ ਨਾਲ ਕਪਟ ਕਰਨ ਵਾਸਤੇ ਆਏ ਹਨ। ਉਠਿਓ ਭੂਪ ਤਿਨ ਕੇ ਢਿੱਗ ਗਏ। ਉਸ ਵੇਲੇ ਰਾਜਾ ਦਾਨ ਕਰਦਾ ਜਰਾਸੰਧ ਉੱਠਿਆ ਤੇ ਉੱਠ ਕੇ ਇਹਨਾਂ ਦੇ ਕੋਲ ਆਇਆ ਹੈ। ਬੁੱਧ ਬਲ ਤੇ ਸਭ ਜਾਣਤ ਭਇਓ। ਬੁੱਧੀ ਦਾ ਬੜਾ ਸਿਆਣਾ, ਬੜਾ ਚਲਾਕ ਹੈ। ਚਲਾਕ ਬੁੱਧੀ ਦੇ ਨਾਲ ਜਾਣ ਗਿਆ, ਸਮਝ ਗਿਆ ਵੀ ਇਹ ਲੋਕ ਅੰਦਰੋਂ ਕੁਝ ਹੋਰ ਨੇ, ਬਾਹਰੋਂ ਕੁਝ ਹੋਰ ਬਣ ਕੇ ਮੈਨੂੰ ਵਿਖਾਉਣ ਵਾਸਤੇ ਆਏ ਨੇ। ਆਪਣੀ ਚਲਾਕੀ ਦੇ ਨਾਲ ਸਾਰੀ ਗੱਲ ਸਮਝ ਕੇ ਕਹਿਓ ਤਿਨਹੁ ਸੋ ਕੋ ਤੁਮ ਆਹੋ। ਉਸ ਵੇਲੇ ਰਾਜੇ ਜਰਾਸੰਧ ਨੇ ਸਵਾਲ ਕੀਤਾ, ਆ ਕੇ ਇਹਨਾਂ ਤਿੰਨਾਂ ਨੂੰ ਪੁੱਛਣ ਲੱਗ ਪਿਆ। ਕਹਿਣ ਲੱਗਾ ਵੀ ਜੋ ਤੁਸੀਂ ਦਿਸਦੇ ਹੋ ਨਾ, ਉਹ ਹੈ ਨਹੀਂ। ਤੁਸੀਂ ਹੋ ਕੌਣ ਅਸਲ ਦੇ ਵਿੱਚ, ਇਹ ਮੈਨੂੰ ਦੱਸੋ। ਆਪਣਾ ਸੱਚੋ ਸੱਚੀ ਜਿਸ ਕੰਮ ਵਾਸਤੇ ਆਏ ਹੋ, ਜਾਂ ਜੋ ਤੁਸੀਂ ਹੋ, ਮੈਨੂੰ ਚੰਗੀ ਤਰ੍ਹਾਂ ਖਰਾ ਦੱਸਣਾ ਕਰੋ। ਨਹੀਂ ਬਿਪਰ ਤਨ ਸਾਚੀ ਕਹੋ। ਇਹ ਤੁਹਾਡਾ ਬ੍ਰਾਹਮਣਾਂ ਵਾਲਾ ਤਨ ਨਹੀਂ ਹੈ। ਤੁਸੀਂ ਬ੍ਰਾਹਮਣਾਂ ਵਾਲੇ ਕੱਪੜੇ ਪਾ ਲਏ ਨੇ, ਧੋਤੀ ਬੰਨ ਲਈ ਹੈ, ਜਨੇਊ ਪਾ ਲਿਆ ਗਲ ਦੇ ਵਿੱਚ, ਤੇ ਬਣ ਗਏ ਹੋ ਬ੍ਰਾਹਮਣ, ਪਰ ਅਸਲੀ ਤੁਸੀਂ ਬ੍ਰਾਹਮਣ ਨਹੀਂ ਹੋ। ਤੁਹਾਡੀ ਤੋਰ ਤੋਂ, ਬਹਿਣੀ ਉੱਠਣੀ ਤੋਂ, ਜਾਂ ਤੁਹਾਡੇ ਸਰੀਰ ਜਿਹੜੇ ਤੁਸੀਂ ਕਮਾਏ ਹੋਏ ਨੇ, ਇਹਨਾਂ ਤੋਂ ਪਤਾ ਲੱਗਦਾ ਵੀ ਤੁਸੀਂ ਬ੍ਰਾਹਮਣ ਨਹੀਂ। ਪਰ ਗੱਲ ਇਹ ਹੈ ਵੀ ਤੁਸੀਂ ਹੋ ਕੌਣ, ਮੈਨੂੰ ਦੱਸਣਾ ਕਰੋ। ਸਿੱਧੇ ਮਗਨ ਅੰਤਰ ਆਏ। ਦੂਜਾ ਰਾਜੇ ਨੇ ਸਵਾਲ ਇਹ ਕੀਤਾ ਵੀ ਜੇ ਤੁਸੀਂ ਬ੍ਰਾਹਮਣ ਹੁੰਦੇ ਤੇ ਫਿਰ ਤੁਸੀਂ ਮੁੱਖ ਦਰਵਾਜ਼ੇ ਦੇ ਵਿੱਚੋਂ ਦੀ ਅੰਦਰ ਆਉਣਾ ਸੀ, ਤੁਸੀਂ ਸਿੱਧੇ ਰਸਤੇ ਕਿਉਂ ਨਹੀਂ ਆਏ? ਤੁਸੀਂ ਪਿੱਛੋਂ ਕਿਲੇ ਦੀ ਕੰਧ ਚੜ੍ਹ ਕੇ ਆਏ ਹੋ, ਲੋਕੇ ਪਿੱਛੋਂ ਆਏ ਹੋ। ਜੇ ਤੁਸੀਂ ਬ੍ਰਾਹਮਣ ਹੁੰਦੇ ਤੇ ਫਿਰ ਸਿੱਧਾ ਅੰਦਰ ਆਉਂਦੇ ਨਾ, ਮੇਰੇ ਮੁੱਖ ਦਰਵਾਜ਼ੇ 'ਚੋਂ ਆਉਂਦੇ। ਤੁਸੀਂ ਗੁਪਤ ਦਰਵਾਜ਼ੇ ਵਿੱਚੋਂ ਕੰਧਾਂ ਚੜ੍ਹ ਕੇ ਆਏ ਹੋ, ਸਿੱਧੇ ਕਿਉਂ ਨਹੀਂ ਆਏ? ਇਸ ਗੱਲ ਦਾ ਮੈਨੂੰ ਜਵਾਬ ਦੇਣਾ ਕਰੋ। ਓਟ ਕੂਦ ਪਹੁੰਚੇ ਪਿਛਵਾਏ। ਤੁਸੀਂ ਮੇਰੇ ਇਸ ਕਿਲੇ ਦੀ ਕੰਧ ਨੂੰ ਟੱਪ ਕੇ, ਉਹਦੇ ਉੱਪਰ ਚੜ੍ਹ ਕੇ, ਤੇ ਪਿੱਛੋਂ ਦੀ ਤੁਸੀਂ ਮੇਰੇ ਕਿਲੇ ਦੇ ਵਿੱਚ ਜਾਂ ਮੇਰੇ ਮਹਿਲ ਦੇ ਵਿੱਚ ਆਏ ਹੋ। ਦੋਹਰਾ ਸੂਦੇ ਮਗਜੇ ਆਵਤੇ ਘੰਟਾ ਸ਼ਬਦ ਕਰੰਤ। ਉਸ ਵੇਲੇ ਰਾਜਾ ਕਹਿ ਰਿਹਾ, ਕਹਿਣ ਲੱਗਾ ਜੇ ਤੁਸੀਂ ਸਿੱਧੇ ਰਸਤੇ ਆਉਂਦੇ ਨਾ, ਤੇ ਜਿਹੜਾ ਮੈਂ ਆਪਣੇ ਕਿਲੇ ਦੇ ਨਾਲ ਜਾਂ ਕਿਲੇ ਦੀ ਕੰਧ ਦੇ ਨਾਲ ਵੱਡਾ ਘੰਟਾ ਘੜਿਆਲ ਬੱਧਾ, ਤੇ ਉਸਨੇ ਖੜਕ ਜਾਣਾ ਸੀ, ਪਤਾ ਲੱਗ ਜਾਣਾ ਸੀ ਵੀ ਤੁਸੀਂ ਛਲੀਏ ਹੋ। ਚੱਕਰ ਭਿਆਨਕ ਛਿਨਕ ਮੈਂ ਧਰਤੇ ਸਿਰ ਉਤਰੰਤ। ਤੇ ਮੈਂ ਮੰਤਰ ਪੜ੍ਹ ਕੇ ਇਹੋ ਜਿਹੇ ਚੱਕਰ ਪੈਦਾ ਕੀਤੇ ਸਨ, ਇਹੋ ਜਿਹੇ ਮੰਤਰ ਪੜ੍ਹ ਕੇ ਆਪਣੀ ਹਿਫਾਜ਼ਤ ਕਰਦਾ ਸੀ। ਜੇ ਤੁਸੀਂ ਸਿੱਧੇ ਆਉਂਦੇ ਤੇ ਉਹ ਚੱਕਰਾਂ ਨੇ ਆਪਣੇ ਆਪ ਹੀ ਚੱਲ ਪੈਣਾ ਸੀ, ਤੇ ਤੁਹਾਡੇ ਸਾਰਿਆਂ ਦੇ ਸਿਰ ਜਿਹੜੇ ਨੇ ਧੜਾਂ ਤੋਂ ਵੱਖਰੇ ਹੋ ਜਾਣੇ ਸਨ। ਜੇ ਤੁਸੀਂ ਮੇਰੇ ਦੁਸ਼ਮਣ ਹੋ, ਕਪਟ ਕਰਨ ਵਾਸਤੇ ਆਏ, ਫਿਰ ਤੁਸੀਂ ਸਿੱਧੇ ਰਸਤੇ ਜੇ ਆਉਂਦੇ ਤੇ ਤੁਹਾਡੀ ਮੌਤ ਮੇਰੇ ਕੋਲ ਆਉਣ ਤੋਂ ਪਹਿਲਾਂ ਹੋਣੀ ਸੀ। ਪਰ ਤੁਸੀਂ ਸਿੱਧੇ ਨਹੀਂ ਆਏ, ਕਿਲੇ ਦੀ ਕੰਧ ਟੱਪ ਕੇ ਆਏ ਹੋ। ਪਰ ਕਾਰਨ ਕੀ ਹੈ, ਦੱਸਣਾ ਕਰੋ। ਚੌਪਈ ਸੁਨ ਘਨ ਸਿਆਮ ਬਖਾਨਿਓ ਤਿਸੇ। ਉਸ ਵੇਲੇ ਜਦੋਂ ਸੁਣੇ ਨਾ ਇਹ ਬਚਨ ਜਰਾਸੰਧ ਰਾਜੇ ਦੇ, ਤੇ ਭਗਵਾਨ ਕ੍ਰਿਸ਼ਨ ਜੀ ਸੁਣ ਕੇ ਤੇ ਫਿਰ ਉਸ ਨੂੰ ਜਵਾਬ ਦੇਣ ਲੱਗੇ। ਆਖਦੇ ਹਨ, ਚਤੁਰ ਪੁਰਖ ਚਾਹੇ ਗਹਿ ਰਿਪ ਜਿਸੇ। ਕਹਿਣ ਲੱਗੇ ਵੀ ਚਤੁਰ ਪੁਰਖ, ਜਿਹੜਾ ਚਲਾਕ ਪੁਰਖ ਹੁੰਦਾ ਹੈ ਨਾ, ਜਾਂ ਚਲਾਕ ਬੰਦਾ ਜਦੋਂ ਦੁਸ਼ਮਣ ਨੂੰ ਫੜਨਾ ਚਾਹੁੰਦਾ ਹੈ, ਸੂਦੇ ਮਗ ਜੋ ਆਵਤ ਨਾਹੀ। ਸੋ ਸੂਦੇ ਮਗ ਸੋ ਆਵਤ ਨਾਹੀ, ਉਹ ਸਿੱਧੇ ਰਸਤੇ ਨਹੀਂ ਆਉਂਦਾ। ਭਗਵਾਨ ਕ੍ਰਿਸ਼ਨ ਨੇ ਵੀ ਅੱਗੋਂ ਪਹੇਲੀ ਪਾਈ ਹੈ। ਕਹਿਣ ਲੱਗਾ ਵੀ ਜਿਹੜਾ ਚਲਾਕ ਹੋਵੇ ਨਾ ਦੁਸ਼ਮਣ, ਤੇ ਦੁਸ਼ਮਣ ਨੂੰ ਫੜਨ ਜਾਈਏ ਤੇ ਫਿਰ ਦੁਸ਼ਮਣ ਸਿੱਧੇ ਰਸਤੇ ਥੋੜ੍ਹੀ ਆਉਂਦਾ ਵੀ ਮੈਂ ਸਿੱਧਾ ਆਇਆ ਤੇ ਲੈ ਮੈਨੂੰ ਫੜ ਲੈ। ਜਦੋਂ ਦੁਸ਼ਮਣ ਨੂੰ ਵਲਣਾ ਹੋਵੇ, ਫੜਨਾ ਹੋਵੇ, ਮਾਰਨਾ ਹੋਵੇ, ਤੇ ਉਹਦੇ ਵਾਸਤੇ ਫਿਰ ਟੇਢੇ ਰਸਤੇ ਅਪਣਾਉਣੇ ਪੈਂਦੇ ਨੇ। ਕਈ ਤਰ੍ਹਾਂ ਦੀਆਂ ਤਰਕੀਬਾਂ ਬਣਾਉਣੀਆਂ ਪੈਂਦੀਆਂ, ਯੋਜਨਾਵਾਂ ਬਣਾਉਣੀਆਂ ਪੈਂਦੀਆਂ।
ਜਦੋਂ ਦੁਸ਼ਮਣ ਦੇ ਨਾਲ ਕਾਰਜ ਕਰਨਾ ਹੈ ਤੇ ਫਿਰ ਸਿੱਧੇ ਰਸਤੇ ਨਹੀਂ ਆਈਦਾ ਹੈ। ਆਪਣੋ ਕਾਜ ਕਰਨ ਕੋ ਚਾਹੀ, ਕਿਉਂਕਿ ਜਦੋਂ ਆਪਣਾ ਕੰਮ ਕੋਈ ਕਰਨਾ ਹੈ, ਕਿਸੇ ਮਤਲਬ ਵਾਸਤੇ ਆਏ ਆ, ਦੁਸ਼ਮਣ ਨੂੰ ਮਾਰਨਾ ਜਾਂ ਦੁਸ਼ਮਣ ਕੋਲੋਂ ਕੁਝ ਖੋਹਣਾ ਹੈ ਜਾਂ ਕੁਝ ਲੈਣਾ ਹੈ, ਤੇ ਫਿਰ ਸਿੱਧਾ ਨਹੀਂ ਉਹਨੂੰ ਮਿਲਿਆ ਜਾਂਦਾ। ਉਹਦੇ ਵਾਸਤੇ ਫਿਰ ਕਈ ਤਰ੍ਹਾਂ ਦੇ ਵਲ ਛਲ ਕਰਨੇ ਪੈਂਦੇ, ਯਤਨ ਕਰਨੇ ਪੈਂਦੇ ਹਨ। ਜਰਾ ਸੰਧ ਭਾਖਿਓ ਬਚ ਤਬੈ। ਜਦੋਂ ਭਗਵਾਨ ਕ੍ਰਿਸ਼ਨ ਜੀਆਂ ਦੀਆਂ ਗੱਲਾਂ ਸੁਣੀਆਂ ਨਾ ਜਰਾਸੰਧ ਰਾਜੇ ਨੇ, ਤੇ ਸੁਣ ਕੇ ਤੇ ਉਸ ਵੇਲੇ ਫਿਰ ਉੱਤਰ ਦੇਣ ਲੱਗਾ ਹੈ। ਵੈਰ ਕਰਿਓ ਹਮ ਸੋ ਤੁਮ ਕਬੈ। ਕਹਿਣ ਲੱਗਾ ਵੀ ਤੁਸੀਂ ਦੱਸੋ, ਤੁਸੀਂ ਮੇਰੇ ਨਾਲ ਕਦੋਂ ਦਾ ਵੈਰ ਕਰਦੇ ਹੋ, ਜਾਂ ਮੇਰਾ ਤੁਹਾਡੇ ਨਾਲ ਕਦੋਂ ਕੁ ਦਾ ਵੈਰ ਹੈ? ਕਿਸ ਗੱਲ ਦਾ ਵੈਰ, ਕਿਸ ਗੱਲ ਦੀ ਤੁਸੀਂ ਗੱਲ ਕਰਦੇ ਹੋ? ਮੈਂ ਤੋ ਕਹਿ ਸੋ ਕਰੋ ਨ ਦਵੈਸ਼। ਮੈਂ ਤੇ ਕਿਸੇ ਨਾਲ ਕੋਈ ਈਰਖਾ ਕਰਦਾ ਹੀ ਨਹੀਂ। ਹੁਣ ਜਰਾਸੰਧ ਨੇ ਦੂਜਾ ਸਵਾਲ ਕੀਤਾ ਭਗਵਾਨ ਕ੍ਰਿਸ਼ਨ ਜੀਆਂ ਨੂੰ ਵੀ ਤੁਸੀਂ ਆਖਦੇ ਹੋ ਵੀ ਦੁਸ਼ਮਣ ਦੇ ਕੋਲ ਸਿੱਧੇ ਨਹੀਂ ਜਾਈਦਾ, ਕੋਈ ਵਲਛਲ ਵਾਲੇ ਤਰੀਕੇ ਕਰਨੇ ਪੈਂਦੇ ਨੇ। ਮੈਂ ਤੁਹਾਡਾ ਦੁਸ਼ਮਣ ਕਿਸ ਤਰ੍ਹਾਂ ਹੋਇਆ? ਮੈਂ ਤੇ ਤੁਹਾਡੇ ਨਾਲ ਕੋਈ ਵੈਰ ਵਿਰੋਧ ਕਦੇ ਕੀਤਾ ਹੀ ਨਹੀਂ, ਨਾ ਮੈਂ ਤੁਹਾਡੇ ਨਾਲ ਈਰਖਾ ਕਰਦਾ, ਨਾ ਮੈਂ ਤੁਹਾਨੂੰ ਕੁਝ ਮਾੜਾ ਚੰਗਾ ਬੋਲਦਾ, ਤੇ ਮੈਂ ਤੁਹਾਡਾ ਵੈਰੀ ਕਿਵੇਂ ਹੋਇਆ? ਮੈਂ ਤੁਹਾਡੇ ਨਾਲ ਜਦੋਂ ਈਰਖਾ ਨਹੀਂ ਕਰਦਾ ਤੇ ਫਿਰ ਮੇਰਾ ਤੇ ਤੁਹਾਡਾ ਵੈਰ ਕਾਹਦਾ ਹੈ? ਤੁਮ ਕਿਮ ਜਾਨੋ ਕਹੋ ਅਸ਼ੇਸ਼। ਕਿ ਤੁਸੀਂ ਕਿਵੇਂ ਜਾਣਦੇ ਹੋ ਵੀ ਮੈਂ ਤੁਹਾਡਾ ਦੁਸ਼ਮਣ ਆ? ਜੇ ਕੋਈ ਗੱਲਬਾਤ ਤੁਹਾਨੂੰ ਪਤਾ ਤੇ ਮੈਨੂੰ ਨਹੀਂ ਪਤਾ, ਉਹ ਸਾਰੀ ਫਿਰ ਮੈਨੂੰ ਵਿਸਥਾਰ ਦੇ ਨਾਲ ਦੱਸੋ ਵੀ ਗੱਲ ਕੀ ਹੈ। ਮੈਂ ਤੇ ਨਹੀਂ ਜਾਣਦਾ ਵੀ ਤੁਸੀਂ ਮੇਰੇ ਦੁਸ਼ਮਣ ਹੋ, ਕਿਉਂਕਿ ਮੇਰੇ ਮਨ ਵਿੱਚ ਤੁਹਾਡੇ ਪ੍ਰਤੀ ਕੋਈ ਈਰਖਾ ਨਹੀਂ ਹੈ। ਪਰ ਜੇ ਤੁਹਾਡੇ ਮਨ ਦੇ ਵਿੱਚ ਕੋਈ ਗੱਲ ਹੈ ਜਾਂ ਕੋਈ ਪੁਰਾਣਾ ਕੋਈ ਲੇਖਾ ਜੋਖਾ ਹੈ, ਤੇ ਫਿਰ ਮੈਨੂੰ ਚੰਗੀ ਤਰ੍ਹਾਂ ਦੱਸੋ ਵੀ ਕਿਸ ਗੱਲ ਦੇ ਤੁਸੀਂ ਮੇਰੇ ਦੁਸ਼ਮਣ ਹੋ, ਕੀ ਕਾਰਨ ਹੈ? ਕਹਿਓ ਕ੍ਰਿਸ਼ਨ ਜੇ ਬੈਰ ਨਾ ਕਾਹੂ। ਉਸ ਉਸ ਵੇਲੇ ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ, ਕਹਿੰਦੇ ਵੀ ਰਾਜਨ, ਜੇ ਸਾਡਾ ਤੇਰੇ ਨਾਲ ਵੈਰ ਨਾ ਹੋਵੇ ਜਾਂ ਅਸੀਂ ਤੇਰੇ ਨਾਲ ਵੈਰ ਨਾ ਕਰਦੇ ਹੋਈਏ, 20 ਸਹਸਰ 8-7 ਨਰ ਤੇ ਨਾਹੂ। ਕਹਿਣ ਲੱਗੇ ਵੀ 20,000 ਤੇ 800 ਜਿਹੜੇ ਰਾਜੇ ਹਨ, ਜਿਹੜੇ ਰਾਜ ਕਰਦੇ ਹਨ, ਕਿਉਂ ਇਹ ਬਾਂਧ ਕੈਦ ਮੈਂ ਡਾਰੇ। ਤੇ ਕਿਉਂ ਤੂੰ ਕੈਦ ਵਿੱਚ ਪਾਏ ਨੇ? ਭਗਵਾਨ ਕ੍ਰਿਸ਼ਨ ਜੀਆਂ ਨੇ ਸਵਾਲ ਕੀਤਾ ਵੀ ਤੂੰ ਕਹਿੰਦਾ ਮੇਰਾ ਕਿਸੇ ਨਾਲ ਵੈਰ ਨਹੀਂ, ਮੰਨ ਲਈ ਤੇਰੀ ਗੱਲ ਵੀ ਤੇਰਾ ਵੈਰ ਨਹੀਂ, ਪਰ 20,000 ਤੇ 800 ਰਾਜੇ ਤੂੰ ਆਪਣੀ ਕੈਦ ਵਿੱਚ ਰੱਖੇ ਨੇ। ਇੱਕ ਰਾਜਾ ਨਹੀਂ, ਦੋ ਰਾਜੇ ਨਹੀਂ, 20,000 ਤੇ 800 ਇੰਨੇ ਰਾਜੇ ਤੂੰ ਆਪਣੀ ਕੈਦ ਵਿੱਚ ਪਾਏ ਨੇ। ਫਿਰ ਕਿਉਂ ਪਾਏ ਨੇ? ਇੱਕ ਪਾਸੇ ਤੇ ਤੂੰ ਕਹਿੰਦਾ ਵੀ ਮੇਰੀ ਕਿਸੇ ਨਾਲ ਈਰਖਾ ਹੀ ਨਹੀਂ ਹੈ, ਮੇਰਾ ਕਿਸੇ ਨਾਲ ਵੈਰ ਹੀ ਨਹੀਂ ਹੈ। ਜਦੋਂ ਤੇਰੀ ਕਿਸੇ ਨਾਲ ਈਰਖਾ ਜਾਂ ਵੈਰ ਨਹੀਂ, ਤੇ ਫਿਰ ਇੰਨੇ ਰਾਜੇ ਤੂੰ ਆਪਣੀ ਕੈਦ ਵਿੱਚ ਕਿਉਂ ਪਾਏ ਹਨ? ਮਗ ਮਹਿ ਚਾਹਤ ਹੈ ਨ ਮਾਰੇ। ਤੇ ਉਸ ਵੇਲੇ ਭਗਵਾਨ ਕ੍ਰਿਸ਼ਨ ਜੀ ਕਹਿ ਰਹੇ ਨੇ ਵੀ ਮੱਖ ਮੈਂ ਚਾਹਤ ਹੈ ਇਸ ਮਾਰੇ, ਤੂੰ ਚਾਹਣਾ ਹੈ ਵੀ ਜਦੋਂ ਕੋਈ ਮੈਂ ਵੱਡਾ ਜੱਗ ਕਰਾਂ ਤੇ ਉਦੋਂ ਇਹਨਾਂ ਦੀ ਬਲੀ ਮੈਂ ਦੇਣੀ ਹੈ। ਇਸ ਤੇ ਪਰੇ ਬੈਰ ਕਿਆ ਹੋਏ। ਇਸ ਤੋਂ ਪਰੇ ਫਿਰ ਵੈਰ ਹੋਰ ਕੀ ਹੋ ਸਕਦਾ? ਇੱਕ ਪਾਸੇ ਆਖਦਾ ਮੇਰਾ ਵੈਰ ਨਹੀਂ, ਮੈਂ ਈਰਖਾ ਨਹੀਂ ਕਰਦਾ, ਇੱਕ ਪਾਸੇ 20-21,000 ਰਾਜਾ ਬੰਨ੍ਹ ਕੇ ਬੈਠਾ, ਕੈਦ ਕਰਕੇ ਬੈਠਾ, ਮਨ ਵਿੱਚ ਸੋਚਦਾ ਵੀ ਜਦੋਂ ਮੈਂ ਜੱਗ ਕਰਾਂਗਾ, ਕਿਸੇ ਦੇਵੀ ਨੂੰ ਬਲੀ ਦੇਣੀ ਹੋਵੇਗੀ, ਇਹ ਰਾਜਿਆਂ ਨੂੰ ਜੇਲ੍ਹ ਵਿੱਚੋਂ ਕੱਢ ਕੇ ਇਹਨਾਂ ਦੇ ਸਿਰ ਵੱਢ ਕੇ ਮੈਂ ਬਲੀ ਦੇਵਾਂਗਾ। ਇੱਕ ਪਾਸੇ ਆਖਦਾ ਮੇਰਾ ਵੈਰ ਨਹੀਂ, ਇੱਕ ਪਾਸੇ ਉਹਨਾਂ ਨੂੰ ਜੇਲ੍ਹ ਵਿੱਚ ਸੁੱਟਿਆ ਹੋਇਆ ਬਲੀ ਦੇਣ ਵਾਸਤੇ। ਦੱਸ ਫਿਰ ਕਿਉਂ ਉਹਨਾਂ ਨੂੰ ਰੱਖਿਆ ਹੈ? ਤੇ ਨਰਿੰਦ ਬਿਨਾਸਾ ਕੋਏ। ਇੰਨੇ ਰਾਜਿਆਂ ਨੂੰ ਕੌਣ ਮਾਰਦਾ ਹੈ? ਦੁਨੀਆ ਵਿੱਚ ਇੰਨੇ ਰਾਜੇ ਹੋਏ ਨੇ, ਇੰਨੇ ਰਾਜਿਆਂ ਨੇ ਰਾਜ ਕੀਤਾ, ਪਰ ਜਿੰਨੇ ਤੂੰ ਰਾਜੇ ਕੈਦ ਵਿੱਚ ਪਾਏ ਹੋਏ ਨੇ 20,800 ਉਹਨਾਂ ਦੀ ਗਿਣਤੀ ਹੈ। ਇੰਨੇ ਰਾਜਿਆਂ ਦਾ ਕਿਸ ਰਾਜੇ ਨੇ ਕਤਲ ਕੀਤਾ ਤੇ ਕਿਉਂ ਕੀਤਾ ਹੈ? ਸਕਲ ਜਗਤ ਕੀ ਰਛਿਆ ਕਾਰਨ। ਸਾਰੇ ਸੰਸਾਰ ਦੀ ਰੱਖਿਆ ਕਰਨ ਵਾਸਤੇ, ਸਾਰੇ ਜੀਵਾਂ ਦਾ ਭਲਾ ਕਰਨ ਵਾਸਤੇ। ਮੈਂ ਮਾਨੁਖ ਤਨ ਕੀਨਸ ਧਾਰਨ। ਤੇ ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਅਸੀਂ ਦੁਨੀਆ ਤੇ ਆਏ ਹੀ ਤਾਂ ਹਾਂ ਦੁਨੀਆ ਦਾ ਭਲਾ ਕਰਨ ਵਾਸਤੇ, ਤਾਂ ਆਏ ਹਾਂ ਕਿ ਦੁਨੀਆ ਦਾ ਭਲਾ ਹੋਵੇ। ਪਰ ਭਲਾ ਕਿਵੇਂ ਹੋਵੇ ਉਹ ਅਸੀਂ ਕਰਨਾ ਜਾਣਦੇ ਹਾਂ। ਦੁਨੀਆ ਦਾ ਭਲਾ ਕਰਨ ਵਾਸਤੇ ਅਸੀਂ ਸੰਸਾਰ ਵਿੱਚ ਆਏ ਹਾਂ, ਪਾਪੀਆਂ ਨੂੰ ਨਾਸ਼ ਕਰਨ ਵਾਸਤੇ। 10ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਪੁੱਛਿਆ ਸੀ ਨਾ ਸਿੱਖਾਂ ਨੇ, ਕਹਿਣ ਲੱਗੇ ਮਹਾਰਾਜ ਤੁਸੀਂ ਕਿਉਂ ਆਏ ਦੁਨੀਆ ਤੇ, ਕਾਰਨ ਕੀ ਹੈ? ਸਾਡੇ ਵਰਗੇ ਲੋਕ ਆਉਂਦੇ, ਪਾਪੀ ਆਤਮਾਵਾਂ ਆਉਂਦੀਆਂ ਆਪਣੇ ਕਰਮਾਂ ਨੂੰ ਭੋਗਣ ਵਾਸਤੇ, ਲੇਖਾ ਜੋਖਾ ਦੇਣ ਵਾਸਤੇ, ਤੁਸੀਂ ਕਿਉਂ ਆਏ ਦੁਨੀਆ ਤੇ? 10ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਜਵਾਬ ਦਿੱਤਾ, ਕਹਿਣ ਲੱਗੇ ਜਬ ਜਬ ਹੋ ਤੇ ਅਰਿਸ਼ਟ ਅਪਾਰਾ, ਤਬ ਤਬ ਦੇ ਧਰਤੇ ਅਵਤਾਰਾ। ਜਦੋਂ ਜਦੋਂ ਦੁਨੀਆ ਤੇ ਪਾਪ ਵੱਧਦਾ ਹੈ, ਜਦੋਂ ਜਦੋਂ ਦੁਨੀਆ ਤੇ ਪਾਪੀ ਵੱਧਦੇ ਨੇ, ਉਪਦਰਵ ਕਰਦੇ ਨੇ, ਦੁੱਖ ਦਿੰਦੇ ਨੇ, ਪ੍ਰਜਾ ਨੂੰ ਦੁਖੀ ਕਰਦੇ ਨੇ, ਸਾਧੂ ਸੰਤ ਦੀ ਹੱਤਿਆ ਕਰਦੇ ਨੇ, ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ। ਜਦੋਂ ਕੋਈ ਸਾਧੂ ਨੂੰ ਤੰਗ ਕਰਦਾ, ਕੋਈ ਨਾਮ ਲੈਣ ਵਾਲੇ ਨੂੰ ਤੰਗ ਕਰਦਾ, ਜਾਂ ਰੱਬ ਦੀ ਬਣਾਈ ਪ੍ਰਜਾ ਨੂੰ ਦੁਖੀ ਕਰਦਾ,
ਤੇ ਫਿਰ ਪ੍ਰਮਾਤਮਾ ਨੂੰ ਅਵਤਾਰ ਧਾਰਨ ਕਰਕੇ ਆਉਣਾ ਪੈਂਦਾ ਉਸ ਪਾਪੀ ਨੂੰ, ਪਾਪ ਨੂੰ ਨਾਸ਼ ਕਰਨ ਵਾਸਤੇ, ਦੂਰ ਕਰਨ ਵਾਸਤੇ ਤੇ ਦੁਨੀਆ ਨੂੰ ਸੁੱਖ ਦੇਣ ਵਾਸਤੇ। ਤੇ ਭਗਵਾਨ ਕ੍ਰਿਸ਼ਨ ਜੀ ਇਹ ਗੱਲ ਇੱਥੇ ਕਹਿ ਰਹੇ ਨੇ, ਕਹਿਣ ਲੱਗੇ ਵੀ ਇਹ ਰਾਜੇ ਜਰਾਸੰਧ ਜਿਹੜੇ ਤੂੰ ਇੰਨੇ ਰਾਜੇ ਬੰਨ੍ਹ ਕੇ ਬੈਠਾ ਹੋਇਆ ਵੀ ਇਹਨਾਂ ਦੀ ਬਲੀ ਦੇਵਾਂਗਾ, ਇਹ ਤੇ ਰਾਜਿਆਂ ਦੀ ਗਿਣਤੀ ਹੈ। ਰਾਜਿਆਂ ਤੋਂ ਬਿਨਾਂ ਪਤਾ ਨਹੀਂ ਕਿੰਨੇ ਕੁ ਆਮ ਲੋਕ ਤੂੰ ਕੈਦ ਵਿੱਚ ਸੁੱਟੇ ਹੋਏ ਨੇ ਤੇ ਉਹਨਾਂ ਨੂੰ ਮਾਰਦਾ ਜਾਂ ਮਾਰਨ ਦਾ ਯਤਨ ਕਰਦਾ। ਜਦੋਂ ਇਸ ਤਰ੍ਹਾਂ ਦੁਨੀਆ 'ਤੇ ਪਾਪ ਵੱਧਦਾ, ਫਿਰ ਸਾਡੇ ਵਰਗਿਆਂ ਨੂੰ ਜਾਂ ਸਾਨੂੰ ਸਰੀਰ ਧਾਰਨ ਕਰਕੇ, ਅਵਤਾਰ ਧਾਰਨ ਕਰਕੇ ਦੁਨੀਆ 'ਤੇ ਆਉਣਾ ਪੈਂਦਾ ਹੈ। ਤਾਂ ਅਸੀਂ ਦੁਨੀਆ 'ਤੇ ਆਏ ਹਾਂ ਤੇਰੇ ਵਰਗੇ ਪਾਪੀਆਂ ਦਾ ਨਾਸ਼ ਕਰਨ ਵਾਸਤੇ। ਮਨ ਮਹਿ ਚਿਤਬਿਓ ਵੱਡ ਅਪਰਾਧ। ਸੋ ਅਸੀਂ ਆਪਣੇ ਮਨ ਵਿੱਚ ਜਾਣਦੇ ਹਾਂ ਵੀ ਤੂੰ ਬਹੁਤ ਵੱਡਾ ਅਪਰਾਧੀ ਹੈ, ਬੜਾ ਵੱਡਾ ਪਾਪੀ ਹੈ, ਜਿਹੜਾ ਇੰਨੇ ਜੀਵਾਂ ਦੀ ਹੱਤਿਆ ਕਰਦਾ ਜਾਂ ਕਰਨ ਵਾਸਤੇ ਸੋਚੀ ਬੈਠਾ ਹੈ। ਤੇਰਾ ਇਹ ਅਪਰਾਧ ਜਾਣ ਕੇ ਉਹਨਾਂ ਕੈਦ ਹੋਏ ਰਾਜਿਆਂ ਦੀ ਫਰਿਆਦ, ਬੇਨਤੀ, ਤਰਲਾ ਸੁਣ ਕੇ ਅਸੀਂ ਤੇਰੇ ਕੋਲ ਆਏ ਹਾਂ। ਕੌਣ ਸ਼ਲਾਘਾ ਕਰ ਹੈ ਸਾਧ। ਤੇ ਕਿਹੜਾ ਬੰਦਾ ਹੈ ਜਿਹੜਾ ਤੇਰੀ ਸ਼ਲਾਘਾ ਕਰੇ, ਤੇਰੀ ਉਸਤਤ ਕਰੇ ਵੀ ਜਰਾਸੰਧ ਨੇ ਬੜਾ ਚੰਗਾ ਕੰਮ ਕੀਤਾ। ਜੀਵ ਹੱਤਿਆ ਤੇ ਇੱਕ ਬੜੀ ਮਾੜੀ ਹੈ। ਤੂੰ ਇੰਨੇ ਰਾਜੇ ਤੇ ਇੰਨੇ ਲੋਕਾਂ ਨੂੰ ਗ੍ਰਿਫਤ ਵਿੱਚ ਕਰੀ ਬੈਠਾ, ਗ੍ਰਿਫਤਾਰ ਕਰਕੇ ਉਹਨਾਂ ਨੂੰ ਕਾਰਾਗ੍ਰਹਿ ਦੇ ਵਿੱਚ ਸੁੱਟਿਆ ਹੋਇਆ, ਤੇ ਤੇਰੇ ਇਸ ਕੰਮ ਦਾ ਕੌਣ ਕਹੇਗਾ ਵੀ ਤੂੰ ਬੜਾ ਚੰਗਾ ਕੀਤਾ। ਕੋਈ ਵੀ ਭਲਾ ਪੁਰਸ਼ ਤੇਰੇ ਇਸ ਕੰਮ ਨੂੰ ਚੰਗਾ ਨਹੀਂ ਆਖੇਗਾ। ਯਾ ਤੇ ਤੋਹੇ ਹਤਨ ਕੇਹੇ। ਤੇ ਉਸ ਵੇਲੇ ਭਗਵਾਨ ਕ੍ਰਿਸ਼ਨ ਜੀਆਂ ਨੇ ਦੱਸ ਹੀ ਦਿੱਤਾ, ਕਹਿਣ ਲੱਗੇ ਵੀ ਅਸਲ ਵਿੱਚ ਅਸੀਂ ਤੈਨੂੰ ਮਾਰਨ ਹੀ ਆਏ ਹਾਂ। ਤੂੰ ਰਾਜਿਆਂ ਨੂੰ ਮਾਰਨ ਦਾ ਸੋਚੀ ਬੈਠਾ, ਭਲੇ ਪੁਰਸ਼ਾਂ ਨੂੰ ਮਾਰਨ ਦਾ ਸੋਚਦਾ ਪਿਆ, ਪਰ ਅਸੀਂ ਆਏ ਹਾਂ ਤੈਨੂੰ ਮਾਰਨ ਵਾਸਤੇ, ਕਿਉਂਕਿ ਤੂੰ ਪਾਪ ਦਾ ਮੁੱਢ ਹੈ, ਤੇਰੇ ਤੋਂ ਪਾਪ ਸ਼ੁਰੂ ਹੁੰਦਾ, ਇਸ ਕਰਕੇ ਤੈਨੂੰ ਮਾਰਨ ਲਈ ਆਏ ਹਾਂ। ਵਿਪਰ ਬੇਸ ਤੇ ਆਏ ਨਿਕੇਤ। ਅਸੀਂ ਤੇਰੇ ਘਰ ਵਿੱਚ ਪਹੁੰਚਣਾ ਸੀ, ਰਸਤੇ ਵਿੱਚ ਸਾਨੂੰ ਕੋਈ ਰੋਕੇ ਨਾ, ਇਸ ਕਰਕੇ ਅਸੀਂ ਬ੍ਰਾਹਮਣਾਂ ਦਾ ਇਹ ਆਪਣਾ ਲਿਬਾਸ ਬਣਾਇਆ ਹੈ। ਅਸਲ ਵਿੱਚ ਅਸੀਂ ਬ੍ਰਾਹਮਣ ਨਹੀਂ ਹਾਂ, ਅਸੀਂ ਛਤਰੀ, ਜੰਗ ਕਰਨ ਵਾਲੇ। ਪਰ ਸਾਨੂੰ ਇਹ ਬ੍ਰਾਹਮਣਾਂ ਵਾਲੇ ਕੱਪੜੇ ਤੇ ਲਿਬਾਸ ਤਾਂ ਬਣਾਉਣਾ ਪਿਆ ਵੀ ਸਾਨੂੰ ਰਸਤੇ ਵਿੱਚ ਰੋਕੇ ਕੋਈ ਨਾ, ਤੇਰੇ ਤੱਕ ਸਾਨੂੰ ਪਹੁੰਚਣਾ ਸੀ, ਤਾਂ ਅਸੀਂ ਆਪਣਾ ਸਰੂਪ ਬਦਲਿਆ। ਪਰ ਹਾਂ, ਅਸੀਂ ਛਤਰੀ ਆਏ ਹਾਂ ਤੈਨੂੰ ਮਾਰਨ ਵਾਸਤੇ। ਇਹ ਤੈਨੂੰ ਅਸੀਂ ਸਾਰੀ ਗੱਲ ਦੱਸ ਦਿੰਦੇ ਹਾਂ। ਨਾਹੇ ਤਾਂ ਸਭ ਰਾਜਨ ਕੋ ਸ਼ੋਰ। ਜੇ ਤੂੰ ਚਾਹਣਾ ਵੀ ਤੇਰੀ ਜਾਨ ਬਖਸ਼ ਦਈਏ ਤੇ ਫਿਰ ਤੈਨੂੰ ਇੱਕ ਮੌਕਾ ਦਿੰਦੇ ਆ। ਜਿੰਨੇ ਰਾਜੇ ਤੂੰ ਜੇਲ੍ਹ ਵਿੱਚ ਡਕੇ ਹੋਏ ਨੇ ਨਾ, ਉਹਨਾਂ ਸਾਰੇ ਰਾਜਿਆਂ ਦੀ ਬੰਦ ਖਲਾਸੀ ਕਰ, ਸਾਰਿਆਂ ਨੂੰ ਮੁਕਤ ਕਰ, ਸਾਰਿਆਂ ਨੂੰ ਯਾਦ ਕਰ, ਸਾਰਿਆਂ ਨੂੰ ਮਾਫ ਕਰ। ਜਿੰਨੇ ਤੂੰ ਲੋਕ ਸਾਧੂ ਸੰਤ ਜੇਲ੍ਹਾਂ ਵਿੱਚ ਡਕੇ ਹੋਏ ਨੇ, ਰਾਜੇ ਡਕੇ ਹੋਏ ਨੇ, ਉਹਨਾਂ ਸਾਰਿਆਂ ਨੂੰ ਛੱਡ ਦੇਂਗਾ ਤੇ ਫਿਰ ਤੇਰੀ ਜਾਨ ਬਚ ਸਕਦੀ ਹੈ। ਚਲਿਏ ਸੰਗ ਯੁਧਿਸ਼ਟਰ ਔਰ। ਤੇ ਸਾਡੇ ਨਾਲ ਚੱਲ, ਅਸੀਂ ਤੈਨੂੰ ਲੈਣ ਆਏ ਹਾਂ। ਪਾਂਡਵਾਂ ਦਾ ਵੱਡਾ ਰਾਜਾ, ਵੱਡਾ ਭਰਾ ਜਿਸ ਦਾ ਨਾਮ ਹੈ ਯੁਧਿਸ਼ਟਰ, ਚੱਲ ਤੂੰ ਸਾਡੇ ਨਾਲ, ਤੈਨੂੰ ਉਹਦੇ ਕੋਲ ਲੈ ਕੇ ਚੱਲੀਏ। ਆਪਣੀ ਹੈਂਕੜ ਨੂੰ ਛੱਡ, ਆਪਣੇ ਮਾਨ ਨੂੰ ਛੱਡ, ਜਿਹੜੇ ਰਾਜੇ ਕੈਦ ਕੀਤੇ ਨੇ ਇਹਨਾਂ ਨੂੰ ਛੱਡ, ਇਹ ਸਾਰਾ ਕੁਝ ਛੱਡ ਕੇ ਤੇ ਮਾਫੀ ਮੰਗ ਤੇ ਸਾਡੇ ਨਾਲ ਉਸ ਪਾਸੇ ਚੱਲ ਜਿੱਥੇ ਯੁਧਿਸ਼ਟਰ ਰਾਜਾ ਬੈਠਾ ਹੈ। ਪਰ ਉਹ ਪਾਏ ਨਿਜ ਪ੍ਰਾਨ ਬਚਾਵੋ। ਤੇ ਤੂੰ ਜਾ ਕੇ ਉਸ ਰਾਜੇ ਦੇ ਪੈਰ ਫੜ ਲਾ, ਆਪਣੇ ਆਪ ਨੂੰ ਉਹਦੇ ਅਧੀਨ ਕਰ ਤੇ ਉਹਦਾ ਹੁਕਮ ਮੰਨ। ਜੇ ਉਹਦੇ ਤੂੰ ਪੈਰ ਫੜ ਲਵੇਂ, ਮਾਫੀ ਮੰਗ ਲਵੇਂ, ਤੇ ਫਿਰ ਤੇਰੀ ਅਸੀਂ ਜਾਨ ਬਖਸ਼ ਸਕਦੇ ਹਾਂ। ਦੀਨ ਹੋਏ ਅਬ ਰਾਜ ਕਮਾਵੋ। ਤੇ ਫਿਰ ਉਹਦੇ ਦੀਨ ਹੋ ਕੇ, ਉਹਦੇ ਅਧੀਨ ਹੋ ਕੇ, ਉਹਦੇ ਕਹਿਣੇ ਵਿੱਚ ਰਹਿ ਕੇ ਰਾਜ ਕਰੇਗਾ ਤੇ ਜ਼ਿੰਦਗੀ ਬਖਸ਼ ਦਿਆਂਗੇ। ਜੇ ਤੂੰ ਚਾਹਣਾ ਨਾ ਵੀ ਰਾਜ ਮੈਂ ਕਰਾਂ, ਮੇਰਾ ਰਾਜ ਅੱਗੇ ਵਧੇ, ਹੋਰ ਜ਼ਿੰਦਗੀ ਚਾਹਣਾ, ਤੇ ਫਿਰ ਤੈਨੂੰ ਇਹ ਕਰਨਾ ਪਵੇਗਾ ਵੀ ਆਪਣਾ ਮਾਣ ਹੰਕਾਰ ਛੱਡ ਕੇ ਜਿੰਨੇ ਰਾਜੇ ਕੈਦ ਕੀਤੇ ਨੇ ਇਹਨਾਂ ਨੂੰ ਛੱਡ ਦੇ ਤੇ ਸਾਡੇ ਨਾਲ ਚੱਲ। ਜਿੱਥੇ ਯੁਧਿਸ਼ਟਰ ਰਾਜਾ ਬੈਠਾ ਹੋਇਆ ਉੱਥੇ ਜਾ ਕੇ ਉਹਦੇ ਪੈਰ ਫੜ ਲਾ ਤੇ ਉਹਦੇ ਕੋਲੋਂ ਮਾਫੀ ਮੰਗ ਲਾ। ਜੇ ਤੈਨੂੰ ਮਾਫ ਕਰ ਦੇਵੇ ਫਿਰ ਉਹਦੇ ਅਧੀਨ ਹੋ ਕੇ ਰਾਜ ਕਮਾ, ਤੇ ਫਿਰ ਤੈਨੂੰ ਰਾਜ ਵੀ ਬਖਸ਼ ਦੇਵਾਂਗੇ, ਜਾਨ ਵੀ ਬਖਸ਼ ਦੇਵਾਂਗੇ। ਪਰ ਜੇ ਤੂੰ ਇਹ ਕੰਮ ਨਹੀਂ ਕਰੇਗਾ ਫਿਰ ਤੈਨੂੰ ਡਾਢੀ ਸਜ਼ਾ ਮਿਲ ਸਕਦੀ ਹੈ। ਇਸ ਤਰ੍ਹਾਂ ਕਹਿਣ ਲੱਗੇ ਭਗਵਾਨ ਕ੍ਰਿਸ਼ਨ ਜੀ ਇਸ ਜਰਾਸੰਧ ਰਾਜੇ ਨੂੰ ਕਹਿ ਰਹੇ ਨੇ। ਜਰਾਸੰਧ ਰਾਜਾ ਸੁਣਦਾ ਪਿਆ ਭਗਵਾਨ ਕ੍ਰਿਸ਼ਨ ਜੀ ਦੀਆਂ ਗੱਲਾਂ। ਅੱਗੋਂ ਕੀ ਜਵਾਬ ਦਿੰਦਾ ਹੈ? ਨਾਲ ਚੱਲਦਾ ਹੈ ਮਾਫੀ ਮੰਗਣ ਵਾਸਤੇ ਜਾਂ ਭਗਵਾਨ ਕ੍ਰਿਸ਼ਨ ਜੀਆਂ ਦੇ ਨਾਲ ਜੰਗ ਕਰੇਗਾ ਔਰ ਮੌਤ ਨੂੰ ਪ੍ਰਾਪਤ ਹੋਵੇਗਾ? ਇਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ। ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਜਾਣ ਕੇ ਹਿਰਦੇ ਵਸੇ। ਭੁੱਲਾਂ ਦਾਸ ਦੀਆਂ ਜਾਣ ਕੇ ਮੁਆਫ ਕਰਨੀਆਂ, ਲੇਖਾ ਕਤਹਿ ਨ ਛੁਟੀਐ।